ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੈ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਪੈਰੋਂ ਮਹੱਲਾ ਪੰਜਵਾਂ। ਦਸ ਮਿਰਗੀ ਸਹਜੇ ਬੰਧਿਆਨੀ, ਪਾਂਚ ਮਿਰਗ ਵੇਦ ਸ਼ਿਵ ਕੀ ਬਾਣੀ। ਸੰਤ ਸੰਗ ਲੈ ਚੜਿਓ ਸ਼ਿਕਾਰ, ਮ੍ਰਿਗ ਪਕਰੇ ਬਿਨ ਘੋਰ ਹਥਿਆਰ। ਰਹਾਉ ਅਖੀਰ ਬਿਰਤ ਬਾਹਰ ਆਇਓ ਤਾਏ, ਅਹੀਰਾ ਪਾਇਓ ਕਰ ਕੈ ਗਾਏ। ਮ੍ਰਿਗ ਪਕਰੇ ਘਰ ਆਣੇ ਹਾਟ, ਚੁਖ ਚੁਖ ਲੈ ਗਏ ਬਾਂਡੇ ਬਾਟ। ਇਹ ਅਹੀਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਇਹ ਅਹੀਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। इस पावन शब्द की विचार सिंह साहिब
ਗਿਆਨੀ ਸਤਨਾਮ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 6 ਤਰੀਕ ਨੂੰ ਹੈ। 6 ਤਰੀਕ ਦੇ ਮੁੱਖ ਪੰਡਾਲ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਸਜਣਗੇ। ਉਸ ਤੋਂ ਇੱਕ ਦਿਨ ਪਹਿਲਾਂ 5 ਤਰੀਕ ਰਾਤਰੀ ਦੇ ਵਿਸ਼ੇਸ਼ ਸਮਾਗਮ ਬੰਗਲਾ ਸਾਹਿਬ ਸਰੋਵਰ ਦੀ ਪਰਿਕਰਮਾ ਵਿੱਚ ਹੋਣੇ ਹਨ। ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਾਵਨ ਗੁਰਪੁਰਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हे गोबिंद हे गोपाल हे दयाल लाल प्राणनाथ अनाथ सखे दीन दर्द निवार हे समर्थ अगम पूरन मोह माया तार अंधकूप महाभयान नानक पार उतार। हे ठाकुर हम दासरो मैं निर्गुण गुण नहीं कोय नानक दीजै नाम दान राखो हिय परोय। मुख उचरत शास्त्र खट पिंग गिरन चढ़ जाय। अंध लखै बदरो सुन जो काल कृपा कराय। बेसुमार अथाह अगनत अतुल ज्यों बिलावो त्यों नानक दास बोले। वाहिगुरु जी का खालसा वाहिगुरु जी की फतेह। परम सत्कारयोग जुगो जुग अटल बाणी के बोहित चवर तख्त दे मालिक धन धन सतगुरु गुरु ग्रंथ साहिब महाराज सच्चे पातशाह जी दे पावन पवित्र हजूरी विच ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਤ ਸੰਗੀਓ ਧਨਤਾ ਜੁਗ ਹੋ। ਜਿੱਥੇ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਸਹਿਤ ਹਜੂਰ ਪਾਤਸ਼ਾਹ ਜੀ ਦੇ ਹਜ਼ੂਰੀ ਕੀਰਤਨੀ ਜਥੇ ਪਾਸੋਂ ਆਸਾ ਜੀ ਕੀ ਵਾਰ ਗੁਰਬਾਣੀ ਦੇ ਅਮੋਲਕ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਰਵਣ ਕਰ। ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਹਨ। ਕੁਝ ਸਮਾਂ ਇਸ ਪਾਵਨ ਦਰਬਾਰ ਦੇ ਨਿਤਨੇਮ ਮਰਜ਼ਾਦਾ ਅਨੁਸਾਰ ਅੰਮ੍ਰਿਤਮਈ ਬਾਣੀ ਧੁਰ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਕਥਾ ਸਰਵਣ ਕਰਨ ਸਮੇਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਕਹੀਏ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ
ਅੱਜ ਦਾ ਪਾਵਨ ਉਪਦੇਸ਼ ਜੋ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਭੈਰੋਂ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1137 ਅੰਗ ਤੇ ਸੁਸ਼ੋਭਿਤ ਹੈ। ਜਦੋਂ ਅਸੀਂ ਇਸ ਪਾਵਨ ਸ਼ਬਦ ਨੂੰ ਪੜ੍ਹ ਕੇ ਸਮਝਣ ਦਾ ਯਤਨ ਕਰਦੇ ਹਾਂ, ਪਤਾ ਚੱਲਦਾ ਹੈ ਕਿ ਆਦਿ ਕਾਲ ਤੋਂ, ਜਦੋਂ ਤੋਂ ਮਾਲਿਕ ਨੇ, ਪਰਮੇਸ਼ਵਰ ਨੇ ਮਾਨੋ ਇਸ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਖੰਡਾਂ ਬ੍ਰਹਮੰਡਾਂ ਦੀ ਰਚਨਾ ਰਚੀ, ਤੇ ਮਨੁੱਖ ਨੇ ਉਸ ਸਮੇਂ ਤੋਂ ਹੀ ਜਿਵੇਂ ਜਿਵੇਂ ਮਾਲਿਕ ਨੇ ਉਹਨੂੰ ਸੋਝੀ ਬਖਸ਼ੀ ਆਪਣਾ ਜੀਵਨ ਨਿਰਵਾਹ ਕਰਨ ਦਾ ਤਰੀਕਾ ਅਪਣਾਇਆ ਹੈ। ਕਿਉਂਕਿ ਰਹਾਉ ਦੇ ਬੰਦ ਨੂੰ ਜਦੋਂ ਸਮਝਦੇ ਹਾਂ ਤੇ ਸਮਝ ਆਉਂਦੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਸੰਤ ਸੰਗ ਲੈ ਚੜਿਓ ਸ਼ਿਕਾਰ, ਮਿਰਗ ਪਕੜੇ ਬਿਨ ਘੋਰ ਹਥਿਆਰ। ਰਹਾਉ ਸਤਿਗੁਰੂ ਦਾਤਾਰ ਪਿਤਾ ਜੀ ਸਾਨੂੰ ਸਮਝਾ ਰਹੇ ਹਨ, ਭਾਈ ਵੇਖੋ ਇੱਕ ਸਮਾਂ ਸੀ ਮਨੁੱਖ ਨੇ ਆਪਣੇ ਜੀਵਨ ਨਿਰਵਾਹ ਦੇ ਲਈ, ਜਿਸ ਨੂੰ ਅਸੀਂ ਪੱਥਰ ਯੁੱਗ ਵੀ ਆਖਦੇ ਹਾਂ, ਉਸ ਸਮੇਂ ਤੋਂ ਸ਼ਿਕਾਰ ਖੇਲਣੇ ਸ਼ੁਰੂ ਕੀਤੇ ਹਨ। ਐਸਾ ਵੀ ਹੁੰਦਾ ਹੈ ਕਦੇ ਆਪਣੇ ਬਚਾਅ ਦੇ ਵਾਸਤੇ, ਕਿਤੇ ਆਪਣੇ ਨਿਰਵਾਹ ਦੇ ਵਾਸਤੇ। ਤੇ ਸਤਿਗੁਰੂ ਦਾਤਾਰ ਜੀ ਨੇ ਉਸ ਸਮੇਂ ਦੇ ਸ਼ਿਕਾਰ ਦੀ ਜਦੋਂ ਗੱਲ ਕੀਤੀ, ਸ਼ਬਦਾਵਲੀ ਸਾਨੂੰ ਇੰਝ ਦੱਸਦੀ ਹੈ, ਸਮਝਾ ਰਹੀ ਹੈ, ਜਿਵੇਂ ਜੰਗਲ ਦੇ ਵਿੱਚ ਬੇਅੰਤ ਜੀਵ ਜਾਨਵਰ ਆਪਣਾ ਜੀਵਨ ਨਿਰਵਾਹ ਕਰਦੇ ਹਨ। ਤੇ ਸਤਿਗੁਰੂ ਦਾਤਾਰ ਪਿਤਾ ਜੀ ਸਮਝਾ ਰਹੇ ਹਨ, ਭਾਈ ਪ੍ਰਾਣੀ ਨੇ ਉਸ ਸਮੇਂ ਤੋਂ ਇਹਨਾਂ ਜੀਵਾਂ ਨੂੰ ਆਪਣਾ ਸ਼ਿਕਾਰ ਵੀ ਬਣਾਇਆ ਹੈ। ਫਿਰ ਇਹਨਾਂ ਦਾ ਸ਼ਿਕਾਰ ਹੋਵੇ, ਭਾਵ ਜੋ ਵੀ ਮਨੁੱਖ ਨੂੰ ਜੀਵ ਜਾਨਵਰ ਜਿਨ੍ਹਾਂ ਤੇ ਪਤਾ ਚੱਲਦਾ ਸੀ ਕਿ ਮੈਂ ਇਹਨੂੰ ਕੰਟਰੋਲ 'ਚ ਕਰ ਸਕਦਾ ਹਾਂ, ਬਚਪਨ ਵਿੱਚ ਦੇਖਿਆ ਕਰਦੇ ਸਾਂ। ਅੱਜ ਤਾਂ ਪ੍ਰਾਣੀ ਕੋਲ ਸ਼ਾਇਦ ਇਤਨਾ ਸਮਾਂ ਨਹੀਂ, ਰੁਝੇਵਿਆਂ ਦੇ ਵਿੱਚ ਹੀ ਮਨੁੱਖ ਦੇ ਕਾਰੋਬਾਰ ਧੰਦੇ ਹੀ ਇੰਨੇ ਹਨ, ਉਹਦੇ ਕੋਲ ਵਾਧੂ ਸਮਾਂ ਹੀ ਨਹੀਂ। ਪਰ ਦੇਖਿਆ ਕਰਦੇ ਸਾਂ ਬਜ਼ੁਰਗ ਲੋਕ ਜਦੋਂ ਵਿਹਲਾ ਸਮਾਂ ਹੋਣਾ, ਘਰਾਂ ਵਿੱਚ ਪਾਲਤੂ ਕੁੱਤੇ ਵੀ ਪਾਲੇ ਹੋਣੇ, ਛੋਟੇ ਛੋਟੇ ਕਤੂਰੇ ਬੱਚੇ ਰੱਖਣੇ, ਉਹਨੇ ਝਾੜੀਆਂ 'ਚੋਂ ਸ਼ਿਕਾਰ ਨੂੰ ਬਾਹਰ ਕੱਢਣਾ। ਵੱਡੇ ਕੁੱਤਿਆਂ ਦੀਆਂ ਜਿਨ੍ਹਾਂ ਨੂੰ ਪਟੇ ਪਾ ਕੇ ਜੰਜੀਰਾਂ ਪਕੜੀਆਂ ਹੁੰਦੀਆਂ ਸਨ, ਉਹਨਾਂ ਸ਼ਿਕਾਰੀ ਲੋਕਾਂ ਨੇ ਉਸ ਵੇਲੇ ਛੱਡਣੀਆਂ, ਜਦੋਂ ਸ਼ਿਕਾਰ ਮਗਰ ਵੀ ਸਾਹਮਣੇ ਆ ਜਾਣਾ ਤੇ ਦੌੜਨਾ ਹੈ। ਇਹਦੇ ਨਾਲ ਅਸੀਂ ਦੇਖਦੇ ਹਾਂ, ਇੱਕ ਤਾਂ ਇਨਸਾਨ ਦਾ ਕਸਰਤ ਅਭਿਆਸ ਹੁੰਦਾ ਸੀ, ਦੂਸਰਾ ਮਨੁੱਖ ਦੇ ਵਿੱਚ ਤਾਕਤ ਵਾਲੇ ਉਹ ਅੰਸ਼ ਆ ਜਾਂਦੇ ਸਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਨੁੱਖ ਨਿਡਰ ਹੋ ਜਾਂਦੇ ਸਨ। ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਇਹ ਠੀਕ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਤੱਕ ਜਿਹੜਾ ਸੁਭਾਅ ਪ੍ਰਭਾਵ ਚੱਲਿਆ ਹੈ, ਉਹਨਾਂ ਸਾਨੂੰ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ। ਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਦੇਖੋ ਵੀਰ ਰਸ ਪੈਦਾ ਕਰਨ ਦੇ ਲਈ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਉਹਨਾਂ ਦੇ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਦੇ ਬਾਦਸ਼ਾਹਾਂ ਨਾਲ ਵੀ ਮਿਲ ਕੇ ਸ਼ੇਰ ਵਰਗੇ ਨਿਰਭੈ ਜਾਨਵਰਾਂ ਦੇ ਸ਼ਿਕਾਰ ਕੀਤੇ ਹਨ। ਇਹ ਸ਼ਿਕਾਰ ਖੇਲਣਾ ਵੀ ਭਾਵ ਦਲੇਰੀ ਦਾ ਕੰਮ ਹੈ। ਇੱਥੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਸਤਿਗੁਰੂ ਦਾਤਾਰ ਜੀ ਨੇ ਸਾਨੂੰ ਸਮਝਾਉਣਾ ਕੀਤਾ, ਇੱਕ ਪ੍ਰਕਾਰ ਦੇ ਨਹੀਂ। ਜਦੋਂ ਗੁਰੂਦੇਵ ਜੀ ਨੇ ਸਾਨੂੰ ਧਰਮ ਗ੍ਰੰਥਾਂ ਦੇ ਰਾਹੀਂ ਸਮਝਾਉਣਾ ਕੀਤਾ, ਪ੍ਰਾਣੀ ਇਹ ਬਾਹਰ ਦੇ ਸ਼ਿਕਾਰ ਤਾਂ ਤੈਨੂੰ ਦਲੇਰ ਬਣਾ ਸਕਦੇ ਹਨ, ਪਰ ਵੇਖੀ ਕਿਤੇ ਤੂੰ ਆਪਣੇ ਆਪ ਦੇ ਵਿੱਚ ਸ਼ਿਕਾਰੀ ਨਾ ਬਣ ਜਾਵੇਂ। ਤੇਰੀ ਕਾਇਆ ਸਰੀਰ ਹਿਰਦੇ ਦੇ ਵਿੱਚ
ਜੋ ਗੁਰੂ ਦੇ ਬਚਨ ਸਾਨੂੰ ਸਮਝਾਉਂਦੇ ਹਨ। ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ। ਇਹ ਸਰੀਰ ਰੂਪੀ ਕਾਇਆ ਜਿਹੜੀ ਹੈ ਬੜੇ ਘਣੇ ਜੰਗਲਾਂ ਦੀ ਤਰ੍ਹਾਂ ਹੈ। ਇਹਦੇ ਵਿੱਚ ਵੀ ਪਤਾ ਨਹੀਂ ਇਹੋ ਜਿਹੇ ਜੀਵ ਜੰਤੂ ਰਹਿ ਰਹੇ ਹਨ ਜਿਹੜੇ ਪ੍ਰਾਣੀ ਤੇਰੇ ਚੰਗੇ ਗੁਣਾਂ ਦਾ ਸ਼ਿਕਾਰ ਵੀ ਕਰ ਰਹੇ ਹਨ। ਤੈਨੂੰ ਤੇਰੇ ਸਰੀਰ ਦੇ ਵਿੱਚ ਹੀ ਇਹੋ ਜਿਹੇ ਖਤਰਨਾਕ ਜੀਵ ਹਨ ਜਿਹੜੇ ਤੇਰੇ ਅੰਦਰੋਂ ਤੇਰੇ ਚੰਗੇ ਗੁਣਾਂ ਨੂੰ ਤੇਰੇ ਚੰਗੇ ਕਰਮਾਂ ਨੂੰ ਖਤਮ ਕਰੀ ਜਾ ਰਹੇ ਹਨ। ਕਦੇ ਉਹਨਾਂ ਦਾ ਵੀ ਸ਼ਿਕਾਰ ਕਰਕੇ ਵੇਖ। ਬਹਾਦਰ ਬਣ, ਵੀਰਤਾ ਵਾਲਾ ਰਸਤਾ ਅਪਣਾ। ਕਿਉਂਕਿ ਅਸੀਂ ਇਤਿਹਾਸ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਜੀ ਆਪ ਘੋੜੇ ਦੀ ਸਵਾਰੀ ਕਰਨ ਵਾਲੇ, ਆਪ ਨੇਜਿਆਂ ਦੇ ਨਾਲ ਕਿਲੇ ਫੁੰਡਣ ਵਾਲੇ। ਇੱਥੋਂ ਤੱਕ ਵੀ ਇਤਿਹਾਸਕ ਸਾਨੂੰ ਇਹ ਸਬਕ ਮਿਲਦਾ ਹੈ, ਯਾਦ ਆਉਂਦਾ ਹੈ ਕਿ ਜੇ ਇਲਾਕੇ ਦੇ ਅਗਿਆਨੀ ਲੋਕਾਂ ਨੇ ਬੇਸਮਝ ਨੇ ਦਰਖਤ ਦਾ ਹੀ ਕਿਲਾ ਬਣਾ ਕੇ ਭਾਵ ਇਹ ਕਹਿ ਦਿੱਤਾ ਕਿ ਗੁਰੂ ਜੀ ਸਾਡਾ ਰਿਵਾਜ ਹੈ ਇੱਥੇ ਕਿਲਾ ਫੁੰਡਿਆ ਜਾਵੇ। ਵਿਆਹ ਦੇ ਸਮੇਂ ਦੀ ਘਟਨਾ ਹੈ ਸਤਿਗੁਰਾਂ ਦੇ, ਤੇ ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਨੇਜੇ ਨਾਲ ਅਜਿਹਾ ਕਿਲਾ ਫੁੰਡਿਆ ਕਿ ਸਭ ਲੋਕ ਆਸਾ ਸਕਾਰੇ ਉੱਠੇ ਸਨ। ਭਾਵ ਉਹ ਬਹਾਦਰੀ ਉਹ ਸ਼ਕਤੀ ਸੰਗਤ ਨੂੰ ਸਮਝਾਉਣ ਵਾਸਤੇ ਸੀ ਕਿ ਭਾਈ ਦੇਖੋ ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਵੀ ਤੁਹਾਡੇ ਸ਼ਿਕਾਰ ਖੇਲਣ ਵਾਲੇ ਬੜੇ ਹਨ, ਉਹਨਾਂ ਤੋਂ ਵੀ ਤੁਸੀਂ ਆਪਣਾ ਬਚਾਅ ਕਰਨਾ ਹੈ। ਇਹ ਸਰੀਰ ਦੇ ਅੰਦਰ ਵਿਕਾਰ ਰੂਪੀ ਦੈਂਤ ਬੈਠੇ ਹੋਏ ਹਨ, ਉਹਨਾਂ ਤੋਂ ਵੀ ਬਚਾਅ ਕਰਨਾ ਹੈ। ਕੰਮ ਤਾਂ ਇਹ ਸੂਰਬੀਰ ਵਾਲਾਂ ਬਹਾਦਰ ਲੋਕਾਂ ਦਾ ਹੀ ਹੈ। ਹੁਣ ਸਤਿਗੁਰੂ ਜੀ ਸਮਝਾ ਰਹੇ ਹਨ, ਇਹ ਭਾਈ ਪੁਰਖੋ ਜਾਪਦਾ ਹੈ ਵਾਰਤਾਲਾਪ ਹੋ ਰਹੀ ਹੋਵੇਗੀ। ਸਤਿਗੁਰੂ ਜੀ ਨੂੰ ਸਵਾਲ ਕੀਤੇ, ਮਹਾਰਾਜ ਸਤਿਗੁਰੂ ਜੀ ਇਹ ਜਿਹੜਾ ਸ਼ਿਕਾਰ ਆਦਿ ਖੇਲ ਕੇ ਜੰਗਲਾਂ 'ਚ ਅਸੀਂ ਦੇਖਦੇ ਹਾਂ ਮਿਰਗਾਂ ਹਿਰਨਾਂ ਨੂੰ ਮਾਰਦੇ ਹਨ, ਇਹਦੇ ਨਾਲ ਕੀ ਹੈ? ਕਹਿਣ ਲੱਗੇ ਭਾਈ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਤਾਂ ਉਹੀ ਜਾਣਨ, ਪਰ ਸੱਚਾਈ ਦਸੀਏ ਅਸੀਂ ਵੀ ਸ਼ਿਕਾਰ ਖੇਲਦੇ ਹਾਂ। ਪਰ ਕਰਨ ਦੇ ਅਨੁਸਾਰ ਗੁਰੂ ਜੀ ਨੇ ਸਮਝਾਉਣਾ ਕੀਤਾ। ਕਹਿਣ ਲੱਗੀ ਸਤ ਸੰਗਤ ਪ੍ਰੇਮੀ ਲੋਕ ਮਹਾਰਾਜ ਜੀ ਦੱਸੋ ਕਿਹੜਾ ਸ਼ਿਕਾਰ ਹੈ? ਉਹ ਕਹਿੰਦੇ ਅਸੀਂ ਸੰਤ ਸੰਗ, ਸੰਤ ਗੁਰੂ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਮਿਲ ਕੇ ਇੱਕ ਸ਼ਿਕਾਰ ਖੇਲਦੇ ਹਾਂ। ਔਰ ਇਹ ਸ਼ਿਕਾਰ ਹਰੇਕ ਸ਼ਿਕਾਰ ਖੇਲਣ ਵਾਲੇ ਸ਼ਿਕਾਰੀ ਨੂੰ ਖੇਡਣਾ ਚਾਹੀਦਾ ਹੈ। ਉਹ ਕਿਹੜਾ ਹੈ? ਸਤਿਗੁਰੂ ਜੀ ਦੇ ਬਚਨ ਹਨ, ਮਿਰਗ ਪਕੜੇ ਬਿਨ ਘੋਰ ਹਥਿਆਰ। ਬਾਹਰ ਮੁਖੀ ਜੰਗਲਾਂ ਦੇ ਵਿੱਚ ਹਿਰਨਾਂ ਨੂੰ ਸ਼ੇਰਾਂ ਨੂੰ ਪਕੜਨਾ, ਭਾਵ ਉਹ ਤਾਂ ਹਥਿਆਰਾਂ ਦੀ ਘੋੜਿਆਂ ਦੀ ਸ਼ਸਤਰਾਂ ਦੀ ਲੋੜ ਪੈਂਦੀ ਹੈ। ਪਰ ਸਤਿਗੁਰੂ ਜੀ ਦੇ ਬਚਨ ਹਨ, ਜਿਸ ਗੁਰੂ ਦੀ ਸੰਗਤ 'ਚ ਬੈਠ ਕੇ ਮੈਨੂੰ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਮੇਰੇ ਸ਼ਿਕਾਰ ਹਿਰਦੇ ਦੇ ਵਿੱਚ ਇਹੋ ਜਿਹੇ ਜਮਦੂਤ ਹਿਰਨ ਜਿਹੜੇ ਚੰਗੇ ਗੁਣਾਂ ਨੂੰ ਖਾਈ ਜਾਂਦੇ ਸਨ ਬਿਨਾਂ ਹਥਿਆਰਾਂ ਤੋਂ ਤੇ ਬਿਨਾਂ ਕਿਸੇ ਹੋਰ ਸ਼ਕਤੀ ਘੋੜ ਸ਼ਕਤੀ ਤੋਂ ਬਿਨਾਂ। ਭਾਵ ਕਿਉਂਕਿ ਘੋੜਿਆਂ ਦੀ ਸਵਾਰੀ ਕਰਕੇ ਸ਼ਿਕਾਰੀ ਹੀ ਜਾਨਵਰਾਂ ਦਾ ਪਿੱਛਾ ਕਰਦੇ ਸਨ। ਹੁਣ ਸਤਿਗੁਰੂ ਦਤਾਰ ਜੀ ਨੂੰ ਪੁੱਛਿਆ ਗਿਆ, ਮਹਾਰਾਜ ਉਹ ਕਿਹੜਾ ਸ਼ਿਕਾਰ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਘਰ ਕਹਿ ਗਾਏ ਘਰ ਹਿਰਦੇ ਦੇ ਵਿੱਚ ਹੀ ਉਹ ਸ਼ਿਕਾਰੀ, ਭਾਵ ਉਹ ਸ਼ਿਕਾਰ ਨੂੰ ਅਸੀਂ ਕਾਬੂ ਕਰ ਲਿਆ। ਹੁਣ ਸਤਿਗੁਰੂ ਜੀ ਸਮਝਾਉਂਦੇ ਹਨ, ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਗੁਰਦੇਵ ਜੀ ਨੇ ਮਨ ਨੂੰ ਬੇਅੰਤ ਪ੍ਰਕਰਣਾਂ ਦੇ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਬੋਧਨ ਕੀਤਾ ਹੈ। ਕਿਧਰੇ ਇਸ ਮਨ ਨੂੰ ਕੁੰਚਰ ਆਖਿਆ ਹੈ, ਕਿਧਰੇ ਇਸ ਮਨ ਨੂੰ ਮ੍ਰਿਗ ਆਖਿਆ ਹੈ, ਕਿਧਰੇ ਇਸ ਮਨ ਨੂੰ ਭਾਵ ਜਿਵੇਂ ਬੰਦਰ ਹੈ, ਗਧਾ ਹੈ, ਪਤਾ ਨਹੀਂ ਕੂਕਰ ਕਈ ਨਾਮਾਂ ਦੇ ਨਾਲ ਸੰਬੋਧਨ ਕੀਤਾ ਹੈ। ਇਹਦਾ ਸੁਭਾਵ ਇਹੋ ਜਿਹਾ ਹੈ। ਕਿਧਰੇ ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸੱਚ ਸ਼ਬਦ ਨਿਸ਼ਾਨ, ਮਨ ਖੁਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਦਾ। ਜਦੋਂ ਤਾਂ ਹੈ ਇਹ ਮਨ ਪਰਮਾਤਮਾ ਦੀ ਅੰਸ਼ ਹੈ, ਜੋਤ ਸਰੂਪ ਹੈ, ਪਰ ਇਹਨੂੰ ਇਹੋ ਜਿਹੇ
ਭਿਆਨਕ ਸ਼ਿਕਾਰਾਂ ਨੇ, ਜਿਨ੍ਹਾਂ ਦੇ ਵਿੱਚ ਹਿਰਨੀਆਂ ਤੇ ਹਿਰਨਾਂ ਦਾ ਜ਼ਿਕਰ ਕੀਤਾ। ਜੰਗਲ ਨੂੰ ਭਾਵ ਇਸ ਜੰਗਲ ਵਿੱਚ ਰੂਪੀ ਸਰੀਰ ਵਿੱਚ ਰਹਿ ਕੇ ਇਸ ਮਨ ਨੂੰ ਬੇਅੰਤ ਗਲਤ ਪਾਸੇ ਪਾਇਆ ਹੈ। ਤੇ ਸਤਿਗੁਰੂ ਦਾਤਾਰ ਜੀ ਸਮਝਾਉਂਦੇ ਹਨ, ਸਾਧ ਸੰਗਤ ਅਰ ਗੁਰ ਕਿਰਪਾ ਤੇ ਜੀਤਿਓ ਗੱਡ ਕੋ ਰਾਜਾ। ਗੁਰੂ ਦੀ ਸੰਗਤ ਤੇ ਗੁਰੂ ਦੀ ਕਿਰਪਾ ਦੇ ਨਾਲ ਤੇ ਨਾ ਵਸ ਵਿੱਚ ਆਉਣ ਵਾਲੀ ਸ਼ਕਤੀ ਨੂੰ, ਮਿਰਗ ਨੂੰ ਅਸੀਂ ਕਾਬੂ ਕਰ ਲਿਆ ਹੈ। ਤੇ ਸਤਿਗੁਰੂ ਜੀ ਦੀ ਇਹ ਕਿਰਪਾ ਹੈ। ਨਹੀਂ ਤਾਂ ਆਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਇਹ ਮਨ ਅਥਾ ਸ਼ਕਤੀਆਂ ਦਾ ਮਾਲਕ ਹੈ। ਇਹਦੀ ਇਤਨੀ ਰਫਤਾਰ ਹੈ, ਇਤਨੀ ਸ਼ਕਤੀ ਹੈ ਕਿ ਸਿੰਨ ਵਿੱਚ ਗੁਰੂ ਦੇ ਚਰਨਾਂ ਵਿੱਚ ਬੈਠਾ ਹੈ, ਸਿੰਨ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਪਹੁੰਚ ਜਾਵੇਗਾ। ਇਹਦੀ ਰਫਤਾਰ ਵੀ ਇਤਨੀ ਤੇਜ਼ ਹੈ। ਕਬਹੂ ਜੀ ਅੜਾ ਊਬ ਚੜ੍ਹਤ ਹੈ, ਕੋਬਹੂ ਜਾਏ ਪਿਆਲੇ। ਲੋਭੀ ਜੀ ਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਧਰੇ ਇਸ ਨੂੰ ਸਤਿਗੁਰੂ ਜੀ ਨੇ ਜੇ ਤਾਂ ਗੁਰੂ ਤੇ ਗੁਰੂ ਦੀ ਕਿਰਪਾ ਹੈ, ਇਹਦੇ ਤੇ ਗੁਰੂ ਦੀ ਸੰਗਤ ਦੀ ਇਹਦੇ ਤੇ ਮਿਹਰਬਾਨੀ ਹੈ, ਫਿਰ ਇਹ ਪ੍ਰਭੂ ਦਾ ਰੂਪ ਹੈ। ਤੇ ਇਹ ਨਰ ਹਰ ਅੰਤਰ ਨਹੀਂ, ਉਹਦੇ ਵਿੱਚ ਹਰੀ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਆਪਣੇ ਮੂਲ ਤਾਕਤ ਸ਼ਕਤੀ ਨੂੰ ਪਹਿਚਾਣ ਲੈਂਦਾ ਹੈ। ਫਿਰ ਇਹ ਸੂਰਬੀਰ ਹੈ, ਫਿਰ ਇਹ ਸੂਰਮਾ ਹੈ। ਕਿਉਂ? ਇਹਨੂੰ ਮਾਲਕ ਦੀ ਸ਼ਕਤੀ ਦੇ ਨਾਲ ਅਥਾ ਸ਼ਕਤੀ ਮਿਲੀ ਹੈ। ਇਸੇ ਕਰਕੇ ਗੁਰੂ ਜੀ ਨੇ ਸੂਰਬੀਰ ਦੀ ਬਹਾਦਰੀ, ਸੂਰਬੀਰ ਦੀ ਜਦੋਂ ਮਹਿਮਾ ਦਰਸਾਈ ਹੈ, ਪਰਿਭਾਸ਼ਾ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਬੀਰ ਆਖਿਆ ਆਤਮ ਜਿਣੈ ਸਗਲ ਵਸ ਤਾਂਕੈ, ਜਾ ਕਾ ਸਤਿਗੁਰ ਪੂਰਾ। ਜਿਹੜੇ ਪੂਰੇ ਗੁਰੂ ਦੇ ਚਰਨੀ ਹਨ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਧਾਰਨ ਕਰਕੇ ਆਪਣੇ ਆਪ ਨੂੰ ਜਿਣਿਆ ਹੈ, ਭਾਵ ਮਨ ਦੇ ਉੱਤੇ ਆਪਣਾ ਜਿੱਤ ਪ੍ਰਾਪਤ ਕਰ ਲਈ, ਉਹ ਮਨ ਜੀਤਾ ਜਗ ਜੀਤ ਹੈ। ਤੇ ਜੇ ਅਜੇ ਗੁਰੂ ਵਾਲਾ ਹੀ ਨਹੀਂ ਬਣਿਆ, ਗੁਰੂ ਦੀ ਸੰਗਤ ਦਾ ਆਸਰਾ ਹੀ ਨਹੀਂ ਲਿਆ, ਫਿਰ ਇਹ ਮਨ ਨੂੰ ਸ਼ੈਤਾਨ ਆਖਿਆ ਹੈ, ਮਨ ਨੂੰ ਹੈਵਾਨ ਆਖਿਆ ਹੈ। ਫਿਰ ਇਹਦਾ ਸੁਭਾਅ ਬਦਲ ਦਿੰਦੀਆਂ ਹਨ ਗਿਆਨ ਇੰਦਰੀਆਂ। ਮਨ ਉਹੀ ਹੈ, ਇਹਨੂੰ ਕਿਹੜੇ ਪਾਸੇ ਤੁਰਨਾ ਹੈ, ਕਿਵੇਂ ਕਿਸ ਪਾਸੇ ਤੁਰਨਾ ਹੈ, ਇਹ ਤਾਂ ਗੁਰੂ ਦੇ ਚਰਨਾਂ ਚ ਆਣ ਕੇ ਸਮਝ ਆਉਂਦੀ ਹੈ। ਪੰਚਮ ਪਾਤਸ਼ਾਹ ਜੀ ਨੇ ਜੋ ਆਰੰਭਕ ਭਜਨ ਸਮਝਾਏ ਹਨ, 10 ਮਿਰਗੀ ਸਹਿਜੇ ਬੰਧਿਆਨੀ, ਭਾਵ ਸਹਿਜ ਅਵਸਥਾ ਦੇ ਨਾਲ। 10 ਮਿਰਗੀ ਤੋਂ ਭਾਵ ਗਿਆਨ ਇੰਦਰੀਆਂ ਦਾ ਜ਼ਿਕਰ ਕੀਤਾ ਹੈ, ਜਿਹੜੀਆਂ ਸਾਡੇ ਵਸ ਵਿੱਚ ਨਹੀਂ ਰਹਿੰਦੀਆਂ, ਭਾਵ ਜਿਨ੍ਹਾਂ ਨੂੰ ਕੰਟਰੋਲ ਕਰਨਾ ਇਹ ਪ੍ਰਾਣੀ ਤੇਰੇ ਵਸ ਵਿੱਚ ਨਹੀਂ। ਹੁਣ ਦੇਖਿਆ ਜਾਵੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਨੇ ਜਦੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਤੇ ਇਹਨਾਂ ਗਿਆਨ ਇੰਦਰੀਆਂ ਬਾਰੇ ਜਾਣਕਾਰੀ ਦੱਸੀ ਹੈ, ਸਮਝਾਈ ਹੈ। ਸ਼ਾਇਦ ਅਸੀਂ ਨਾ ਸਮਝੀਏ, ਪਰ ਗੁਰੂ ਗਿਆਨ ਗੁਰੂ ਉਪਦੇਸ਼ ਫਿਰ ਬਾਰ-ਬਾਰ ਸਮਝਾਉਂਦਾ ਹੈ, ਮਨਾ ਮਤ ਸਮਝ ਕਿ ਅਜੇ ਮੇਰੇ ਨੇਤਰਾਂ ਨੇ ਰੰਗ ਤਮਾਸ਼ੇ ਵੇਖ ਕੇ ਰੱਜ ਲੈਣਾ ਹੈ। ਭਾਈ ਗੁਰਦਾਸ ਜੀ ਨੇ ਨਿਰਣਾ ਕੀਤਾ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਦੁਨੀਆ ਭਰ ਦੇ ਬਚਪਨ ਤੋਂ ਲੈ ਕੇ ਜਿਸ ਵੀ ਉਮਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਆਪਣੀ ਬੀਤ ਚੁੱਕੀ ਉਮਰ ਵੱਲ ਝਾਤੀ ਮਾਰੀਏ ਕਿ ਸਾਡੀਆਂ ਅੱਖਾਂ ਰੰਗ ਤਮਾਸ਼ੇ ਵੇਖ ਕੇ ਰੱਜ ਗਈਆਂ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਨਹੀਂ ਰੱਜ ਸਕਦੀਆਂ। ਫਿਰ ਦੂਸਰਾ ਇੱਕ ਭਜਨ ਸਮਝਾਇਆ, ਇਹ ਗਿਆਨ ਇੰਦਰੀਆਂ ਮਿਰਗੀਆਂ ਹਿਰਨੀਆਂ ਦੀ ਤਰ੍ਹਾਂ ਸਾਨੂੰ ਕਿਵੇਂ ਰਾਹ ਤੋਂ ਕਰਾਹੇ ਪਾਉਂਦੀਆਂ ਹਨ। ਉਸਤਤ ਨਿੰਦਿਆ ਕੰਨ ਸੁਣ ਰੋਮਣ ਤੇ ਹਾਸੇ। ਸਾਡੇ ਕੰਨਾਂ ਨੇ ਅੱਜ ਤੱਕ ਪਤਾ ਨਹੀਂ ਆਪਣੇ ਹੀ ਭਰਾਵਾਂ ਦੀ, ਆਪਣੇ ਹੀ ਮਿੱਤਰਾਂ ਦੋਸਤਾਂ ਦੀ ਕਹੀਏ ਨਿੰਦਿਆ ਸੁਣ ਕੇ ਤੇ ਉਸਤਤ ਸੁਣ ਕੇ ਅੱਜ ਤੱਕ ਨਹੀਂ ਰੱਜੇ। ਕਹਿਣ ਤੋਂ ਭਾਵ ਜੇ ਤਾਂ ਕੋਈ ਉਸਤਤੀ ਕਰ ਰਿਹਾ ਹੈ, ਅਸੀਂ ਬੜੇ ਪ੍ਰਸੰਨ ਹੁੰਦੇ ਹਾਂ, ਨਿੰਦਿਆ ਸੁਣ ਕੇ ਵੀ ਬੜਾ ਸਮਾਂ ਆਪਣਾ ਇਸ ਪਾਸੇ ਲਾ ਦਿੰਦੇ ਹਾਂ। ਫਿਰ ਸਾਦੀ ਜੀਭ ਨ ਰੱਜੀਆਂ ਕਰ,
ਭੋਗ ਬਿਲਾਸੇ। ਦੁਨੀਆ ਭਰ ਦੇ ਰਸ ਸਵਾਦ ਜਿਹੜੇ ਹਨ ਮਾਣ ਕੇ ਇਹ ਜੀਭਾ ਵੀ ਨਹੀਂ ਰੱਜੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਇਸ ਰਸਤੇ ਤੇ ਤੁਰਨ ਵਾਲਾ ਕੋਈ ਰੱਜ ਕੇ ਨਹੀਂ ਜੀਵਿਆ। ਕਾਰਨ ਕਿ ਇਹਨਾਂ ਗਿਆਨ ਇੰਦਰੀਆਂ ਨੇ ਜਿਹੜਾ ਸਾਨੂੰ ਮਾਰਗ ਦੱਸਣਾ ਸੀ ਉਸ ਪਾਸੇ ਅਸੀਂ ਤੁਰੇ ਹੀ ਨਹੀਂ। ਉਹ ਤਾਂ ਗੁਰੂ ਜੀ ਬਾਰ-ਬਾਰ ਇਹ ਸਮਝਾਉਂਦੇ ਹਨ, ਸੰਤ ਸੰਗ ਲੈ ਚੜਿਓ ਸ਼ਿਕਾਰ। ਜਿਸ ਦਿਨ ਮੈਂ ਆਪਣੇ ਗੁਰੂ ਨਾਲ ਤੇ ਗੁਰੂ ਦੀ ਸੰਗਤ ਦਾ ਆਸਰਾ ਲੈ ਕੇ ਸ਼ਿਕਾਰ ਖੇਲਣ ਗਿਆ, ਉਸ ਦਿਨ ਇਹ ਨਾ ਵਸ ਚਾਉਣ ਵਾਲੀਆਂ ਗਿਆਨ ਇੰਦਰੀਆਂ ਇਹ ਮਨ ਮਾਲਿਕ ਦੀ ਕਿਰਪਾ ਦੇ ਨਾਲ ਵਸ ਵਿੱਚ ਆਇਆ ਹੈ। ਵਰਨਾ ਇਹ ਆਪਣੇ ਮਤ ਦੇ ਮਗਰ ਲੱਗ ਕੇ ਸਾਨੂੰ ਰਾਹ ਤੋਂ ਕੁਰਾਹੇ ਪਾ ਦਿੰਦੇ ਹਨ। ਇਹੀ ਭਜਨ ਸਾਨੂੰ ਸਤਿਗੁਰੂ ਜੀ ਆਪਣੇ ਅੰਮ੍ਰਿਤ ਭਜਨਾਂ ਰਾਹੀਂ ਬਾਰ-ਬਾਰ ਸਮਝਾਉਂਦੇ ਹਨ। ਭਾਈ ਦੇਖੋ, ਜਦੋਂ ਕਿਸੇ ਪਰਾਏ ਦੀ ਮੱਤ ਲੈ ਲਈ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ। ਇਹਨਾਂ ਮਿਰਗੀਆਂ ਦਾ ਭਾਵ ਹਿਰਨੀਆਂ ਦਾ ਜਦੋਂ ਜ਼ੋਰ ਪਿਆ ਪਰ ਮਨ ਦੇ ਕੌਣ ਕੋ ਮਤ ਤੈ ਲੈਨੀ। ਕਿਹੜੀ ਭੈੜੀ ਮੱਤ ਲੈ ਲਈ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹੀਂ ਕੀਨੀ। ਪਰਾਈ ਨਿੰਦਿਆ ਸੁਣਨ ਵਾਲੇ ਪਾਸੇ, ਪਰਾਏ ਧਨ ਰੂਪ ਨੂੰ ਆਪਣੇ ਭੈੜੀ ਦ੍ਰਿਸ਼ਟੀ ਨਾਲ ਵੇਖਣ ਵਾਲੇ ਪਾਸੇ ਹੀ ਸਮਾਂ ਬਰਬਾਦ ਕਰ ਦਿੱਤਾ। ਇਹ ਮਿਰਗੀਆਂ ਨੇ ਭਾਵ ਤੇਰੇ ਸਰੀਰ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਹੈ। ਤੇ ਸਤਿਗੁਰੂ ਜੀ ਫਿਰ ਸਮਝਾਉਂਦੇ ਹਨ, ਦੇਖੋ ਇਸ ਮਨੁੱਖ ਦੀ ਅਵਸਥਾ, ਇਹ ਗਿਆਨ ਇੰਦਰੀਆਂ ਨੇਤਰ ਸਰਵਣ ਰਸਨਾ ਭਾਵ ਜਿਤਨੇ ਸਾਡੇ ਸਰੀਰ ਦੇ ਗਿਆਨ ਇੰਦਰੇ ਹਨ ਇਹ ਸਾਨੂੰ ਕਿਵੇਂ ਰਾਹ ਤੋਂ ਕੁਰਾਹੇ ਪਾ ਰਹੇ ਹਨ। ਰਸਨਾ ਸੋਈ ਲੋਭ ਮੀਠੇ ਸਾਧ। ਦੁਨੀਆ ਦੇ ਮਿੱਠੇ ਪਦਾਰਥਾਂ ਦੇ ਵਿੱਚ ਰਸਨਾ ਨੇ ਆਪਣਾ ਸੁਭਾਅ ਤਿਆਗ ਦਿੱਤਾ ਕਿ ਮੈਨੂੰ ਮਾਲਿਕ ਦਾ ਨਾਮ ਜਪਣਾ ਚਾਹੀਦਾ ਹੈ। ਤੇ ਉੱਥੇ ਗੁਰਦੇਵ ਜੀ ਨੇ ਸਮਝਾਉਣਾ ਕੀਤਾ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਮਨ ਰੂਪੀ ਹਿਰਨ ਇਹ ਵੀ ਮਾਇਕ ਪਦਾਰਥਾਂ ਦੇ ਵਿੱਚ ਸੁੱਤਾ ਹੀ ਰਿਹਾ। ਸੁੱਤੇ ਤੋਂ ਭਾਵ ਕਿ ਇਹਨੇ ਪ੍ਰਮਾਤਮਾ ਵਾਲੇ ਨਾਮ ਵਾਲੇ ਪਾਸੇ ਕਦਮ ਹੀ ਨਹੀਂ ਉਠਾਇਆ, ਉਸ ਪਾਸੇ ਧਿਆਨ ਹੀ ਨਹੀਂ ਲਾਇਆ। ਮਤ ਭੈੜੀ ਸੀ, ਉਸ ਪਾਸੇ ਤੁਰ ਕੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਹੁਣ ਇਹ ਕਿਵੇਂ ਕਾਬੂ ਆਉਣਗੇ? ਨਹੀਂ ਆਉਣ ਵਾਲੇ। ਸਤਿਗੁਰੂ ਜੀ ਦੇ ਤਾਂ ਅੰਮ੍ਰਿਤ ਭਜਨ ਸਾਨੂੰ ਸਮਝਾਉਂਦੇ ਹਨ, ਜੇ ਗੁਰੂ ਕਿਰਪਾ ਕਰ ਦੇਵੇ। ਪਹਿਲੀ ਗੱਲ, ਬੜੇ ਬੜੇ ਸਿਆਣੇ ਪੁਰਖਾਂ ਦਾ ਇਤਿਹਾਸ ਸਾਡੇ ਸਾਹਮਣੇ ਆਉਂਦਾ ਹੈ। ਭਜਨੀਕ ਪੁਰਖਾਂ ਦੀ ਗੱਲ ਕਹੀਏ, ਧਾਰਮਿਕ ਪੁਰਖਾਂ ਦੀ ਗੱਲ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕਰਕੇ ਸਮਝਾਇਆ ਹੈ। ਭਾਈ ਠੀਕ ਹੈ, ਦਾਨ ਕਰ ਲੈਣੇ, ਹੋਰ ਦੁਨੀਆ ਭਰ ਦੇ ਚੰਗੇ ਕੰਮ ਕਰ ਲੈਣੇ ਮੁਬਾਰਕਬਾਦ ਹਨ, ਪਰ ਇਹਦੇ ਨਾਲ ਸਾਡੇ ਗਿਆਨ ਇੰਦਰੇ ਸਾਨੂੰ ਸਹੀ ਰਸਤੇ ਨਹੀਂ ਪਾਉਣਗੇ। ਜਦੋਂ ਅਸੀਂ ਇਹ ਭਜਨ ਪੜ੍ਹਦੇ ਹਾਂ ਕਿ ਦੇਖੋ ਵੱਡੇ ਵੱਡੇ ਰਾਜੇ ਕੀ, ਵੱਡੇ ਵੱਡੇ ਭਗਤ ਜਨ ਲੋਕ ਕੀ, ਜਦੋਂ ਉਹਨਾਂ ਪ੍ਰਭੂ ਵਾਲੇ ਨਾਮ ਤੋਂ ਦੂਸਰਾ ਪਾਸਾ ਇਖਤਿਆਰ ਕੀਤਾ ਹੈ ਉਦੋਂ ਚੰਗੇ ਗੁਨਾਹ ਕਰਕੇ ਖਾਲੀ ਹੋ ਗਏ। ਮਾਨੋ ਉਹਨਾਂ ਦਾ ਜੀਵਨ ਬਰਬਾਦ ਹੋ ਚੁੱਕਿਆ ਹੈ। ਉਹਨਾਂ ਨੂੰ ਕੋਈ ਚੰਗਾ ਮਾਣ ਪਿਆਰ ਸਨਮਾਨ ਨਹੀਂ ਮਿਲਦਾ। ਕਾਰਨ ਕਿ ਉਹਨਾਂ ਦੀ ਹਾਲਤ ਕੀ ਬਣ ਗਈ, ਮਨ ਦੇ ਕੌਣ ਕੋ ਮਤ ਤੈ ਲੀਨੀ, ਉਸ ਪਾਸੇ ਤੁਰ ਪਈ ਸੀ। ਬੁਰੇ ਕੰਮ ਕੋ ਉੱਠ ਖਲੋਇਆ ਵਾਲੇ ਰਸਤੇ ਤੇ ਤੁਰ ਪਏ ਸਨ। ਹੁਣ ਦੇਖਿਆ ਜਾਵੇ ਕੋਈ ਕੰਮ ਭਗਤ ਲੋਕ ਹੋਣ ਜਿਨ੍ਹਾਂ ਨੂੰ ਦੁਨੀਆ ਦੇ ਸ੍ਰੇਸ਼ਟ ਰਾਜਿਆਂ ਦੇ ਰਾਜੇ ਵੀ ਅਸੀਂ ਕਹਿ ਕੇ ਕਈ ਵਾਰੀ ਦੇਖਦੇ ਹਾਂ ਲੋਕ ਪੂਜਾ ਕਰਦੇ ਹਨ ਤੇ ਸਤਿਗੁਰੂ ਜੀ ਦੇ ਭਜਨ ਹਨ। ਦੇਖੋ ਉਹ ਜਿਹੇ ਲੋਕਾਂ ਦੀ ਹਾਲਤ, ਗੌਤਮ ਤਪਾ ਅਹਿਲਿਆ ਇਸਤਰੀ ਦੇ ਕੇਂਦਰ ਲੁਭਾਇਆ, ਸਹਿ ਸਰੀਰ ਚਿਹਨ ਭਗ ਹੋਏ ਤਾਂ ਮਨ ਪਸੂ ਤਾਇਆ। ਕਿ ਉਹ ਅਨਪੜ੍ਹ ਸਨ, ਅਗਿਆਨੀ ਸਨ, ਬੇਸਮਝ ਸਨ ਜਾਂ ਮੂਰਖ ਸਨ? ਨਹੀਂ। ਪਰ ਇੱਕ ਗੱਲ ਜ਼ਰੂਰ ਹੈ,
ਕਿ ਉਹਨਾਂ ਦੇ ਗਿਆਨ ਇੰਦਰੀਆਂ ਨੇ ਉਹਨਾਂ ਨੂੰ ਰਾਹ ਤੋਂ ਕੁਰਾਹੇ ਪਾ ਦਿੱਤਾ। ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ ਇਸ ਪ੍ਰਾਣੀ ਦਾ ਸੁਭਾਅ ਕਿਹੋ ਜਿਹਾ ਬਣ ਚੁੱਕਿਆ ਹੈ। ਦੁਆਰ ਹੈ ਦੁਆਰ ਸੁਆਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਭਾਵ ਕਿ ਜਿਹੜਾ ਭਗਵਾਨ ਦਾ ਰੂਪ ਇਨਸਾਨ ਸੀ, ਇਹਦੇ ਵਿੱਚ ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਅਹੰਕਾਰ ਨੇ ਇਤਨਾ ਦਬ ਦਬਾ ਪਾ ਲਿਆ ਕਿ ਦਰ ਦਰ ਤੇ ਭਟਕਦਾ ਹੈ। ਹੁਣ ਵੇਖੋ ਲੋਭੀ ਦਾ ਸੁਭਾਅ ਵੀ ਸਤਿਗੁਰੂ ਜੀ ਨੇ ਪ੍ਰਕਰਨਾਂ ਅਨੁਸਾਰ ਦਰਸਾਇਆ ਹੈ ਕਿ ਭਾਈ ਜਿਉ ਕੂਕਰ ਹਰਕਾਇਆ, ਧਾਵਤ ਦਹਿ ਦਿਸ ਧਾਏ, ਲੋਭੀ ਜੰਤ ਨ ਜਾਣੀ, ਭਖ ਅਭਖ ਸਭ ਖਾਏ। ਲੋਭੀ ਜੰਤ ਦਾ ਸੁਭਾਅ ਭਾਵ ਹਲਕਾਏ ਕੂਕਰ ਵਰਗਾ ਹੈ। ਕਹਿਣ ਤੋਂ ਭਾਵ ਸਤਿਗੁਰੂ ਜੀ ਇਹ ਬਾਰ-ਬਾਰ ਸਮਝਾਉਂਦੇ ਹਨ, ਮੈਂ ਕਹਾਂ ਮੈਂ ਕ੍ਰੋਧ ਨੂੰ ਵਸ ਵਿੱਚ ਕਰ ਲਵਾਂ, ਲੋਭ ਨੂੰ ਵਸ ਵਿੱਚ ਕਰ ਲਵਾਂ, ਇਨਸਾਨ ਪ੍ਰਾਣੀ ਤੇਰਾ ਬਲ ਥੋੜ੍ਹਾ ਹੈ। ਇਹਨਾਂ ਨੂੰ ਵਸ 'ਚ ਤੂੰ ਨਹੀਂ ਕਰ ਸਕਦਾ। ਹਾਂ ਕਿਤੇ ਗੁਰੂ ਤੇਰੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਦੇ, ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ, ਤੁਧ ਸਾਹ ਪਰਵਾਰਿਆ। ਇਹ ਸਾਰਾ ਪਰਿਵਾਰ ਹੀ ਜਿਹੜਾ ਸਾਨੂੰ ਰਾਹ ਤੋਂ ਕੁਰਾਹੇ ਪਾ ਰਿਹਾ ਹੈ, ਜਿਹੜਾ ਸਾਡੇ ਕੋਲ ਭੈੜੇ ਕੰਮ ਕਰਾ ਰਿਹਾ ਹੈ, ਜੇ ਸਤਿਗੁਰੂ ਮਿਹਰ ਕਰ ਦੇਣ, ਉਹਨਾਂ ਦੀ ਬਖਸ਼ਿਸ਼ ਹੋ ਜਾਵੇ ਤਾਂ ਇਹ ਵਿਕਾਰ ਜਿਹੜੇ ਹਨ ਤੇਰੇ ਸਰੀਰ 'ਚੋਂ ਖਤਮ ਹੋ ਜਾਂਦੇ ਹਨ। ਭਾਵ ਜਿਵੇਂ ਸ਼ਿਕਾਰੀ ਕੁੱਤਿਆਂ ਨੂੰ ਵੇਖ ਕੇ ਸ਼ਿਕਾਰ ਅੱਗੇ ਭੱਜ ਉੱਠਦੇ ਹਨ, ਜਾਨਾਂ ਬਚਾਉਂਦੇ ਹਨ। ਸਤਿਗੁਰੂ ਦਤਾਰ ਜੀ ਨੇ ਇਹਨਾਂ ਜਿੱਥੇ ਇੱਥੇ ਮਿਰਗ ਤੇ ਮਿਰਗੀਆਂ ਦਾ ਜ਼ਿਕਰ ਕੀਤਾ ਹੈ, ਪ੍ਰਕਰਨ ਦੇ ਵਿੱਚ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਦੂਤਾਂ ਦਾ ਵੀ ਨਾਮ ਦਿੱਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨੂੰ ਚੋਰਾਂ ਦਾ ਨਾਮ ਵੀ ਦਿੱਤਾ ਹੈ। ਜਿਵੇਂ ਚੋਰ ਮਾਸਾ ਕੁ ਖੜਾ ਕੇ ਸੁਣ ਕੇ ਫਿਰ ਸਮਾਨ ਵੀ ਛੱਡ ਕੇ ਭੱਜ ਉੱਠਦੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਸ ਦੇਹੀ ਦੇ ਵਿੱਚ ਹੀ ਵਸਦੇ ਹਨ। ਇਹ ਮਾਲਕ ਦੀ ਖੇਲ ਹੀ ਨਿਆਰੀ ਹੈ ਕਿ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸਾਰੇ ਪਦਾਰਥ ਇਹ ਸਾਡੇ ਸਰੀਰ ਦੇਹੀ ਵਿੱਚ ਪ੍ਰਭੂ ਨੇ ਪਾ ਦਿੱਤੇ ਹਨ, ਪਰ ਪਹਿਰਾ ਕਿਹਨਾਂ ਦਾ ਚੱਲਦਾ ਹੈ? ਸੋ ਜੈਸੀ ਸੰਗਤ ਕਰੇ। ਜੇ ਤਾਂ ਭੈੜਿਆਂ ਦੀ ਸੰਗਤ ਹੈ ਤੇ ਸੰਸਕਾਰ ਉਹ ਵੱਧ ਜਾਣਗੇ। ਅੱਜ ਤਾਂ ਵਿਗਿਆਨ ਵੀ ਇਹ ਗੱਲ ਸਾਨੂੰ ਕਹਿ ਰਹੀ ਹੈ ਕਿ ਕੇਵਲ ਬਾਹਰ ਦੀ ਲੜਾਈ ਨਹੀਂ, ਬਾਹਰ ਦਾ ਹੀ ਸ਼ਿਕਾਰ ਨਹੀਂ, ਅਸੀਂ ਅੰਦਰੂਨੀ ਤੌਰ 'ਤੇ ਵੀ ਸਰੀਰ ਦੇ ਵਿੱਚ ਸ਼ਿਕਾਰੀ ਹਾਂ। ਸਾਡੇ ਸਰੀਰ ਦੇ ਵਿੱਚ ਕੁਝ ਇਹੋ ਜਿਹੇ ਸੈੱਲ ਹਨ ਜਿਹੜੇ ਬੜੇ ਤਾਕਤ ਦੇ ਨਾਲ ਦੁਸ਼ਮਣ ਜਾਂ ਦੂਸਰੇ ਜਿਹੜੇ ਇਹਨਾਂ ਨੂੰ ਖਤਮ ਕਰਨ ਵਾਲੇ ਹਨ, ਉਹਨਾਂ ਨਾਲ ਲੜਾਈਆਂ ਲੜਦੇ ਹਨ। ਜੇ ਉਹਨਾਂ ਦੀ ਜਿੱਤ ਹੋ ਜਾਵੇ ਤਾਂ ਸਾਡਾ ਸਰੀਰ ਨਿਢਾਲ ਹੋ ਕੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਤਬੀਅਤ ਖਰਾਬ ਹੋ ਗਈ। ਹੁਣ ਤਾਂ ਬੜੇ ਤਜਰਬੇ ਹੋਣ ਡੈ ਪਏ ਹਨ ਕਿ ਸੈੱਲ ਘਟ ਗਏ ਹਨ ਜੀ, ਇਹ ਹੋ ਗਿਆ। ਪੰਜਾਬ ਦੇ ਵਿੱਚ ਬੜੀ ਭਿਆਨਕ ਇਹ ਬਿਮਾਰੀ ਨੇ ਸਾਨੂੰ ਡਰਾਇਆ ਹੋਇਆ ਹੈ ਕਿ ਖੂਨ ਦੇ ਸੈੱਲਾਂ ਦੀ ਕਮੀ ਹੋ ਗਈ। ਰਾਣੀ ਦਾ ਸਰੀਰ ਵੇਖਣ ਨੂੰ ਭਾਵੇਂ ਚੰਗਾ ਹੋਏ, ਉਹ ਵਿਚਾਰਾ ਹਿਲ ਜੁਲ ਨਹੀਂ ਸਕਦਾ। ਕਹਿਣ ਤੋਂ ਭਾਵ ਸਾਡੇ ਅੰਦਰ ਵੀ ਸੰਘਰਸ਼ ਹੋ ਰਿਹਾ ਹੈ। ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਇੱਕ ਦੂਜੇ ਦਾ ਸ਼ਿਕਾਰ ਕਰ ਰਹੀਆਂ ਹਨ। ਜਿਨ੍ਹਾਂ ਦੀ ਤਾਕਤ ਵੱਧ ਜਾਵੇ ਉਹਨਾਂ ਦਾ ਇਲਾਜ ਹੋ ਜਾਂਦਾ ਹੈ। ਇਹ ਸਾਨੂੰ ਬੜੇ ਪਰੇਸ਼ਾਨ ਕਰਦੇ ਹਨ, ਇਹ ਸਾਨੂੰ ਟਿਕਣ ਨਹੀਂ ਦਿੰਦੇ। ਪਰ ਪੰਚਮ ਪਾਤਸ਼ਾਹ ਜੀ ਨੇ ਇੱਕ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ, ਭਾਈ ਦੇਖੋ ਕਿਤਨਾ ਹੈਰਾਨ ਭਰਿਆ ਕੌਤਕ ਵਰਤ ਗਿਆ। ਉਹ ਕੌਤਕ ਕੀ ਸੀ? ਦੇਖੋ ਅਸਚਰਜ ਪਾਇਆ। ਮੇਰੀ ਜ਼ਿੰਦਗੀ 'ਚ ਮੇਰੇ ਜੀਵਨ ਦੇ ਵਿੱਚ ਬੜਾ ਹੈਰਾਨੀ ਭਰਿਆ ਕੌਤਕ ਵਰਤ ਗਿਆ। ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ। ਜਿਹੜੇ ਪੰਜ ਦੂਤ ਪੰਜ ਵਿਕਾਰ ਭਾਵੇਂ ਚੋਰ ਬਣ ਕੇ ਮੇਰੇ ਅੰਦਰੋਂ ਚੰਗੇ ਗੁਣ ਲੁੱਟਦੇ ਸਨ, ਮੈਨੂੰ ਦਰ ਦਰ ਤੇ ਖੁਆਰੀਆਂ ਵਾਲੇ ਰਸਤੇ ਤੇ ਤੁਰਦੇ ਸਨ, ਉਹ ਸਾਰੇ ਹੀ ਡਰ ਗਏ। ਕਦੋਂ? ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ।
कर है बेनती राख ठाकुर ते हम तेरी शरण आया। हुण वो सेवक बन गए हैं, भाव दुश्मन मित्र बन गए हैं। हुण वो मैनू कह रहे हैं असीं तेरे चरनां विच रहांगे। क्रोध वीर रस विच बदल गया, भाव लोभ ने संतोख का रूप धारण कर लिया, काम ने संजम का रूप धारण कर लिया। कहण तो भाव कि वो जीवन सत संतोख दया धर्म संजम दे विच तब्दील हो गया। हुण सतगुरु दतार जी भजन समझाउंदे हन कि किवें जित प्राप्त होई। ये मैनू खर्च बन चंगियाइयां सत घोड़े लै चल, निरंकार के देश जाहे तां सुख लहे महल। इहदे घोड़े हन सच नाम प्रभु दे नाम रूपी सत दे। ते इस तरह चंगे कर्म जिहड़े हन इन्हां नूं असीं अपने जीवन निर्वाह दे लई खर्च पल्ले बनना है। फिर सतगुरु जी दे भजन हन भाई मिर्ग पकड़े बिन घोर हथियार। फिर वो ना वस विच आउण वाला मन जिहड़ा सी बिना घोड़ियां तो बिना हथियार रूपी शक्तियां तो ही मेरे गुरु ने वस विच कर दिता। मैं उन्हां नूं पकड़ लिया है। भाव हुण ये मेरा मन मेरे गुरु की कृपा तो बिना हुणे दूसरे पासे नहीं भज रहा। कितना सतगुरु दतार जी सानू समझा रहे हैं प्यार नाल कि ये मन ये शरीर का असल विच राजा सुल्तान सी, पर ਇਹਦੇ ਤੇ दुश्मनां ने इहो जिहा घेरा पा लिया, इनू जित लिया, इनू किसी जोगा नहीं छड्डिया सी। पर अज मेरे मालिक ने मेरे ते कृपा कर दी कि हुण वो मेरे वस विच है। मन वस आवे नानका जे पूर्ण कृपा होए। पहला अर्ज कर रहे सी ज्ञान इंद्रे जिहड़े कहण तो बाहर सन, जिन्हां विच पराए दृष्ट विकार सन, निंदिया सुनदे आदि सन। भाव होर मन माया विदे मोह माया विच सुता पिया सी, अज मेरे गुरु ने कृपा कर दी है। हुण इन्हां नेत्रां दे विच गुरु ने अथा बल शक्ति भर दित्ती ते हुण ये नेत्र बार बार गुरु के चरनां 'च ही बेनती करदे हन। ये नेत्रो मेरेओ हर तुम मैं जो तरी, हार बिन अवर न देखो कोई। ये श्रवणो मेरेओ साचे सुनने नो पठाए, साचे सुनने नो पठाए, शरीर लाए सुनो सत बाणी। वो हुण अपने सरवणा नूं ये मन रूपी राजा कह रहा है भाई हुण तुसां मैनूं बड़ा खुआर कर लिया, बड़ा बर्बाद कर लिया। ये तो मैनू गुरु ने समझाया सी, तू ये दुनिया के रंग तमाशे वेखण लई विकार कमाउण लई नहीं सी, तो आया सी आयो पढ़न सुनन को बाणी। गुरु की बाणी नूं पढ़ना, गुरु की बाणी नूं सुनना, पर ये तू नाम नूं विसार के होर धंधियां दे विच फस गया। धंधा करतियां निहफल जन्म गवाया, सुख दाता मन ना वसाया। भाव तू इन्हां पंजां दे अधीन होके अपनी होंद नूं भुल चुकिया सी। कदी कि मेरे वर्गा कोई नहीं, कोई मेरे वर्गा दानी नहीं है, तां इस ते उन्हां दूतां दा ही पैरा कह सकदे सां। पर जिस दिन गुरु ने कृपा कर दित्ती, एक समा सी ये दूसरियां नूं माड़ा कहिंदा सी, अपने आप नूं चंगा कहिंदा सी। हम बड़ कुलीन चतुर्मुख पंडित हम ऐसे सन्यासी, जोगी गुनी सूर हम दाते बिद कबे न नासी। ये साडे मन चो ये विधि कदे खत्म होई ही नहीं सी। मेरे वर्गा कोई गुणवान नहीं, मेरे वर्गा कोई दानी नहीं, मेरे वर्गा कोई सियाणा नहीं। भाव मैं बड़ी उच्ची कुल वाला हाँ, पर जिस दिन गुरु ने कृपा करके इहदे ते मेहर कर दित्ती कि मिर्ग पकड़े बिन घोर हथियार, ये माने दे वस विच आ गया। हुण मन की कह रहा है कबीर, ना हम किया ना करेंगे, ना कर सके शरीर। असी कुछ भी नहीं करन जोगे। हे मेरे मालिक जो तू कराहे, कहो नानक करते कियां बातां, जो किस करना सो कर रहिया।
जे करावै सो करना, नानक दास तेरी सरना। असी तेरी शरण विच हां। हुण तां यही बचन हन, हे मेरे मालिक। वेखो गुरु साहिबानां दे जदों मालिक दी किरपा दे नाल ये अवस्था प्राप्त कीती, असी भावें गल मन्नण नूं तैयार ना होईए अपने आप दे विच, पर मेरे गुरुदेव ने सानू सिखाया है मना, जे जगत दे विच गुरु दीयां सीसां लैणीਆਂ ਹਨ ते गल प्रवान कर कबीर। सब ते हम बुरे, हम तज भलो सब कोए, जिने ऐसा कर बूझिया मीत हमारा सोए। हम नहीं चंगे बुरा नहीं कोए, प्रणवत नानक तारे सोए। ये अवस्था बन जाएगी ते गुरुदेव जी दे बचन हन, 5 मिर्ग बेदे शिव की बानी। इत्थे गुरुदेव जी ने काम क्रोध लोभ मोह अहंकार नूं एक मिर्ग नूं 5 रूपां दा रूप दे दिता है कि मानता एक ही है, इहदे स्वरूप बदल जाते हैं। किधरे जिवें मिर्ग घंडे हेड़े दी नाद दे उत्ते अपने आप नूं शिकार बना लैंदा है, प्राणी दुनिया दे रंग तमाशे नादां दे विच गुरु तो बेमुख हो के दूसरे पासे तुर पैंदा है। जिवें कुंचर काम वस हो के दूसरियां दा शिकार बन जाता है, सारी जिंदगी दर दर ते ठोकरां खांदा है। इसे तरह काम अधीन मनुख जिहड़ा है, ये मन भी इनू सदा किसे थां जोगा नहीं रहन देंदा। कहण तो भाव सतगुरु जी ने उत्थे सारे सुभाव दर्शा दिते हैं। मृग, मीन, भाव, पंखेरू, इन्हां सारियां दे विच एक एक दोख सी। एक एक इन्हां नूं कह दईए ऐब कहीए, रोग कहीए, पर एक रोग करके ये दूसरियां दा शिकार बन गए। मृग, मीन, भरंग, कुंचर, एक दोख विनाश, 5 दोख असाध। ताकि केतक आस है मनुख, तेरे विच तां मालिक ने सारे ही ऐब भर दिते हैं। तेरे कोल की आस है कि तू बच जावेंगा। हाथी दे विच एक ऐब सी, मृग दे विच एक सी, वो शिकारियां दा शिकार बन गए, तो तू भी बन जावेंगा। पर सच्चाई ये है कि जदों तू गुरु दी अमृत बाणी दे नाल हर प्रेम बाणी मन मारिया अणियाले अणिया राम राजे। इत्थे गुरुदेव जी ने सेवकी बाणी किया है, भाव महाशक्ति बाणी जो गुरु ग्रंथ साहिब जी की अमृत बाणी है। 5 मिर्ग बेधे इस अमृत बाणी ने गुरु ने जदों बाणी दे तीर मारे, ये अणियाले अणिया राम राजे। जिस लागी पीर ब्रह्म की सो जाने जरिया, जीवन मुक्त सो आखिए मर जीवे मरिया। उमर जीवड़े बन गए जिन्हां नूं गुरु बाणी ने जिन्हां दे मन नूं विन लिया। जेड़े अमृत वेले ही उठ के बाणी नाल जुड़ गए, समझो गुरु ने कृपा कर दी। ये बाणी बाण हन, जिवें शिकार खेलण वाले नूं हत्थां दे विच हथियार तीर पकड़ने पैंदे हन, ते इत्थे गुरु दी बाणी तीरां दे नाम नाल संबोधन हुंदी है। भगत कबीर जी ने सानू समझाया है, कबीर सतगुर सूरमे बाहिया बान जो एको। केड़ा बान से? अमृत बाणी दा। लागत ही भोए गिर परिया, परिया करे जे सेक। ये मन जेड़ा पंखेरू दी तरह बड़ियां उडारियां मारदा से, कत जाइए रे घर लागो रंग, मेरा चित न चले मन भयो पंग। मन पिंगला ही हो गया। गुरु बाणी तीरा ने नूं मन उडण जोगा तुरन जोगा छड्डिया ही नहीं। हुण तां कोई कह रहा है मन किते जाण दी लोड़ नहीं, तेरे घर दे विच ही गुरु ने रंग लाए हन, प्यार लाया है। तू घर परिवार विच बैठ के बाणी नूं पढ़ सुण, ते तेरे ते मालिक दी किरपा होवेगी। कोई लोड़ नहीं जिंदगी भर जंगलां पहाड़ां गुफावां च विचरन दी। सतगुर की ऐसी वडियाई, पुत्र कलतर बिचे गात पाई। मेरे गुरु दी अमृत बाणी ने मेरे इन्हां विकारां नूं विन दिता है। मिर्ग रूपी जेड़े 5 मिर्ग काम क्रोध लोभ मोह अहंकार
सतगुरु दतार जी दे बचन हन भाई, हुण वो दूत डर गए हैं ते बार बार कोई असी बेनती ही करनी है, मेरे मालिक एक किरपा करनी, सानू इन्हां अलामतां तो बचा रखी, नहीं तो इन्हां ने सानू कदे भी तेरा नाम सिमरन वाले पासे आउण नहीं दिता। कामी क्रोधी चातुरी बाजी गर्बे काम, निंदा करतियां जन्म सिरानो, कबू न सिमरियो राम। ये सानू तेरी संगत वाल भी नहीं आउण देणगे, बाणी वाल भी नहीं आउण देणगे। की होवेगा? जिवें ਜਿਹੜੇ ਤਾਂ ਦੁਨੀਆ ਦੇ ਰੰਗ ਤਮਾਸ਼ੇ ਨਾਦ ਹਨ ਉਹਨਾਂ ਨੂੰ ਸੁਣਨ ਲਈ ਇਹ ਦੌੜੇਗਾ, ਪਰ ਜਿਹੜੇ ਤੇਰੀ ਅੰਮ੍ਰਿਤ ਬਾਣੀ ਦੇ ਨਾਦ ਹਨ, ਬਾਜ ਗੀਤ ਹਨ, ਉਹਨਾਂ ਵੱਲ ਇਹਨੂੰ ਨਾਮ ਸੁਨਤ ਜਨ ਬਿਸੂ ਡਸਾਨਾ। ਇਹਦੀ ਹਾਲਤ ਇਹੋ ਜਿਹੀ ਹੈ, ਇਹਨੂੰ ਤੇਰੇ ਨਾਮ ਨੂੰ ਸੁਣ ਕੇ ਇੰਝ ਹੋਵੇਗਾ ਜਿਵੇਂ ਬਿਸੂ ਨੇ ਡੰਗ ਮਾਰ ਦਿੱਤਾ ਹੈ। ਪਰ ਸੱਚਾਈ ਇਹ ਹੈ, ਜੇ ਤੇਰੇ ਮਨ ਦੇ ਵਿੱਚੋਂ ਬਾਣੀ ਵਿਸਰ ਜਾਵੇਗੀ ਤੇ ਮਨਾ ਤੂੰ ਇਹ ਸਮਝ ਲੈ ਤੇਰਾ ਜੀਵਨ ਸਰਪ ਵਰਗਾ ਹੈ। ਇਸ ਲਈ ਦਤਾਰ ਜੀ ਨੇ ਬਚਨ ਕਹੇ, ਜਿਹੜੀਆਂ ਗਿਆਨ ਇੰਦਰੀਆਂ ਮੇਰੇ ਵਸ ਵਿੱਚ ਨਹੀਂ ਸਨ, ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ। ਨੈਣੋ ਪੇਖ ਠਾਕੁਰ ਕਾ ਰੰਗ, ਭਾਵ ਹੁਣ ਨੇਤਰਾਂ ਨੂੰ ਤੇ ਸਰਵਣਾ ਨੂੰ ਇਹ ਸੰਬੋਧਨ ਹੋ ਗਿਆ ਕਿ ਕਰ ਹਰ ਕਰਮ ਸਰਵਨ ਹਰ ਕਥਾ। ਹੁਣ ਗੁਰੂ ਦੀ ਬਾਣੀ ਦੀ ਕਥਾ ਸੁਣਿਆ ਕਰ, ਰੱਬੀ ਬਾਣੀ ਦਾ ਕੀਰਤਨ ਸੁਣਿਆ ਕਰ। ਉਹੋ ਹੀ ਗਿਆਨ ਇੰਦਰੇ ਕਹਿ ਸਕਦੇ ਹਾਂ ਜਿਹੜੇ ਪੁੱਠੇ ਰਾਹ ਪਏ ਸੀ, ਸਿੱਧੇ ਰਸਤੇ ਪੈ ਗਏ, ਮੰਜ਼ਲ ਵਾਲੇ ਰਸਤੇ ਤੇ। ਦੇਖੋ ਜੇ ਤਾਂ ਅਸੀਂ ਸਹੀ ਰਾਹ ਤੇ ਆ ਰਹੇ ਹਾਂ ਤਾਂ ਜ਼ਰੂਰ ਇੱਕ ਦਿਨ ਮੰਜ਼ਿਲ ਮਿਲੇਗੀ, ਆਪਣੀ ਮੰਜ਼ਿਲ ਤੇ ਪਹੁੰਚਾਂਗੇ। ਜੇ ਅਸੀਂ ਰਾਹ ਹੀ ਭੁੱਲ ਗਏ ਹਾਂ, ਸਮਾਂ ਵੀ ਬਰਬਾਦ ਕਰਾਂਗੇ, ਮੰਜ਼ਿਲ ਤੇ ਵੀ ਨਹੀਂ ਜਾਵਾਂਗੇ। ਹੁਣ ਗੁਰੂ ਨਾਨਕ ਜੀ ਨੇ ਸਾਨੂੰ ਗੁਰਮੁਖ ਗਾਡੀ ਰਾਹ ਚਲਾਇਆ, ਸੰਤ ਜਨਾਂ ਵਾਲਾ, ਗੁਰਮੁਖਾਂ ਵਾਲਾ ਉਹ ਰਾਹ ਦੱਸਿਆ ਹੈ, ਜਿਸ ਰਾਹ ਤੇ ਤੁਰਾਂਗੇ ਤੇ ਇੱਕ ਦਿਨ ਆਵੇਗਾ ਗੁਰੂ ਸਾਨੂੰ ਆਪਣੇ ਗਲੇ ਲਾ ਕੇ ਮਿਲਾ ਲਵੇਗਾ। ਭਾਵ ਉਸ ਦਿਨ ਇਹਨੂੰ ਸਮਝ ਆਵੇਗੀ ਮੈਂ ਪਹੁੰਚ ਗਿਆ ਹਾਂ। ਤੇ ਜੇ ਅਸੀਂ ਰਾਹ ਤੋਂ ਕੁਰਾਹੇ ਪੈ ਗਏ ਹਾਂ, ਮੁਆਫ ਕਰਨਾ, ਘਰੋਂ ਚੱਲੇ ਹਾਂ ਬਾਲਾ ਪ੍ਰੀਤਮ ਦੇ ਦਰਬਾਰ ਵੱਲ, ਰਸਤਾ ਮਨ ਨੇ, ਗਿਆਨ ਇੰਦਰੀਆਂ ਨੇ ਭੈੜੇ ਪਾਸੇ ਬਦਲ ਦਿੱਤਾ, ਰਸਤੇ ਤੇ ਤੁਰੇ ਨਹੀਂ, ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਹੋ ਸਕਦਾ ਅਸੀਂ ਜਾਂ ਪੁਲਿਸ ਸਟੇਸ਼ਨ ਹੋਈਏ ਤੇ ਜਾਂ ਹਸਪਤਾਲ ਹੋਈਏ। ਭਾਵ ਸਾਡੀ ਅਣਗਹਿਲੀ ਨੇ ਮੰਜ਼ਿਲ ਤੇ ਨਹੀਂ ਪਹੁੰਚਾਇਆ, ਦੁੱਖਾਂ ਵਾਲੇ ਪਾਸੇ ਪਾ ਦਿੱਤਾ ਹੈ। ਤੇ ਸਤਿਗੁਰੂ ਦਤਾਰ ਜੀ ਕਹਿੰਦੇ ਹਨ, ਨਹੀਂ ਭਾਈ, ਜੇ ਤੂੰ ਗੁਰੂ ਦੇ ਰਾਹ ਤੇ ਚੱਲੇਗਾ, ਗੁਰਮੁਖ ਗਾਡੀ ਰਾਹ ਚਲਾਂਦਾ, ਇਸ ਰਾਹ ਤੇ ਚੱਲੇਗਾ, ਇਹ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸਾਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵੀ ਸਾਰੇ ਦੂਜਾ ਭਾਉ ਜੀਓ। ਇਉਂ ਭਾਵੇਂ ਹਰ ਦਰਸਾਵੜਾ ਨਹ ਲੱਗੇ ਤਤੀ ਵਾਉ ਜੀਓ। ਤੈਨੂੰ ਤਤੀ ਵਾਹ ਨਹੀਂ ਲੱਗੇਗੀ ਜੇ ਤੂੰ ਗੁਰੂ ਵਾਲੇ ਰਸਤੇ ਤੇ ਤੁਰ ਪਵੇਂਗਾ। ਤੇ ਸਤਿਗੁਰੂ ਜੀ ਇਹ ਭਜਨ ਸਮਝਾਉਂਦੇ ਹਨ, ਭਾਈ ਹੁਣ ਜਿਹੜੀਆਂ ਗਿਆਨ ਇੰਦਰੀਆਂ ਭਾਵ ਮੈਨੂੰ ਇਸ ਮਾਰਗ ਤੇ ਨਹੀਂ ਸਨ ਤੁਰਨ ਦਿੰਦੀਆਂ, ਪਾਂਚ ਮਿਰਗ ਬੇਦੇ ਗੁਰੂ ਦੀ ਬਾਣੀ, ਅੰਮ੍ਰਿਤ ਬਾਣੀ ਰੂਪੀ ਤੀਰਾਂ ਨੇ ਇਹਨਾਂ ਨੂੰ ਵਿੰਨ ਦਿੱਤਾ ਹਨ। ਹੁਣ ਇਹ ਕਿਸੇ ਪਾਸੇ ਨਹੀਂ, ਹੁਣ ਇਹ ਗੁਰੂ ਦੇ ਚਰਨਾਂ 'ਚ ਟਿਕੀਆਂ ਹਨ। ਹੁਣ ਤਾਂ ਇਹ ਬਾਰ-ਬਾਰ ਬੇਨਤੀ ਕਰਦੀਆਂ ਹਨ, ਮੇਰੇ ਗੋਬਿੰਦ, ਮੇਰੇ ਮੋਹਨ, ਸਰਵਨੀ ਇਹ ਨਾ ਸੁਣਾਏ, ਮੇਰੇ ਸਰਵਨਾ 'ਚੋਂ ਨਾਦ ਗੀਤ ਪਵੇ ਹੀ ਨਾ, ਜਿਹੜੇ ਨਾਦ ਗੀਤ ਸੁਣ ਕੇ ਬਾਣੀ ਤੋਂ ਦੂਰ ਲੈ ਜਾਣ। ਇਸ ਲਈ ਸਤਿਗੁਰੂ ਜੀ ਦੇ ਬਚਨ ਹਨ ਕਿ ਮੇਰੇ ਗੁਰੂ ਨੇ ਕਿਰਪਾ ਕੀਤੀ, ਆਖੇਰ ਬਿਰਤ ਬਾਹਰ ਆਇਓ ਧਾਏ। ਜਦੋਂ ਗੁਰੂ ਨੇ ਇਹ ਕਿਰਪਾ ਕਰ ਦਿੱਤੀ, ਜਿਹੜਾ ਮੇਰਾ ਮਨ ਮਿਰਗ ਸ਼ਿਕਾਰ ਦੇ ਰੂਪ ਵਿੱਚ ਭੱਜਿਆ ਫਿਰਦਾ ਸੀ, ਉਹ ਫਿਰ ਮਾਲਕ ਦੇ ਵਸ ਵਿੱਚ ਆ ਗਿਆ, ਭਾਵ ਬਾਹਰ ਆ ਗਿਆ। ਇਹਨਾਂ ਗਲਤ ਜਿਹੜੇ ਸੰਸਕਾਰਾਂ ਦੇ ਵਿੱਚ ਫਸਿਆ ਹੋਇਆ ਸੀ। ਤੇ ਸਤਿਗੁਰੂ ਦਤਾਰ ਜੀ ਦੇ ਬਚਨ ਹਨ, ਮਿਰਗ ਪਕੜੇ ਘਰ ਆਣੇ ਹਾਟ, ਚੁੱਕ ਚੁੱਕ ਲੈ ਗਏ ਬਾਡੇ ਬਾਟ। ਭਾਵ ਇਹ ਮਿਰਗਾਂ ਨੇ ਜਿਵੇਂ ਗੁਰੂ ਨੇ ਕਿਰਪਾ ਕੀਤੀ, ਇਹਨਾਂ ਨੂੰ ਆਪਣੇ ਨਿਜ ਘਰ ਦੇ ਵਿੱਚ ਲੈ ਆਂਦਾ।
ਭਾਵ ਜਿੱਥੇ ਇਹਨਾਂ ਦਾ ਅਸਲੀ ਟਿਕਾਣਾ ਸੀ ਉੱਥੇ ਟਿਕਾ ਦਿੱਤਾ। ਤੇ ਸਤਿਗੁਰੂ ਜੀ ਦੇ ਬਚਨ ਹਨ, ਇਹਨੇ ਬਾਣੀ ਦੇ ਰਾਹੀਂ ਸੇਵਾ ਸਿਮਰਨ ਵਾਲੇ ਪਾਸੇ ਲਾ ਕੇ ਇਹਨਾਂ ਨੂੰ ਸਹੀ ਰਸਤੇ ਪਾ ਦਿੱਤਾ। ਭਾਵ ਸਤਿਗੁਰੂ ਜੀ ਦੇ ਸਾਨੂੰ ਇਹ ਬਚਨ ਸਮਝਾਉਂਦੇ ਹਨ ਕਿ ਹੁਣ ਇਹ ਆਪਣੀ ਹੱਟੀ ਸੰਤ ਜਨ ਉਹਨਾਂ ਨੂੰ ਰਤਾ ਰਤਾ ਕਰਕੇ ਮੇਰੇ ਅੰਦਰੋਂ ਦੂਰ ਦਰੇਡੇ ਲੈ ਗਏ ਹਨ। ਉਹ ਜਿਹੜੇ ਭੈੜੇ ਸੰਸਕਾਰ ਵਿਕਾਰ ਸਨ, ਪੰਜੇ ਕਾਮਾਂ ਦੇ ਘਿਰਨਾਂ ਨੂੰ ਇਹਨਾਂ ਨੇ ਮੇਰੇ ਜੀਵਨ ਚੋਂ ਮਾਨੋਂ ਬਾਹਰ ਕੱਢ ਦਿੱਤਾ ਹੈ। ਹੁਣ ਉਹਨਾਂ ਨੂੰ ਇੱਥੇ ਰਹਿਣ ਲਈ ਥਾਂ ਨਹੀਂ। ਕਿਉਂਕਿ ਕਾਰਨ ਕੀ ਸੀ? ਜੇ ਤਾਂ ਔਗਣ ਘਰ ਦੇ ਵਿੱਚ ਹਨ ਤੇ ਇਹਨਾਂ ਚੋਰਾਂ ਨੂੰ, ਦੂਤਾਂ ਨੂੰ, ਇਹਨਾਂ ਦੁਸ਼ਮਣ ਰੂਪੀ ਜਿਹੜੇ ਹਿਰਨ ਹਨ ਉਹਨਾਂ ਨੂੰ ਥਾਂ ਮਿਲ ਜਾਵੇਗੀ। ਪਰ ਜੇ ਗੁਰਬਾਣੀ ਦਾ ਚਾਨਣ, ਗੁਰਬਾਣੀ ਦਾ ਪ੍ਰਕਾਸ਼ ਹੈ ਤਾਂ ਫਿਰ ਇਹਨਾਂ ਨੂੰ ਕੋਈ ਥਾਂ ਨਹੀਂ ਮਿਲੇਗੀ। ਸਤਿਗੁਰੂ ਦਤਾਰ ਜੀ ਸਾਨੂੰ ਇਹ ਸਮਝਾਉਂਦੇ ਹਨ, ਭਾਈ ਜੇ ਤਾਂ ਸੰਤ ਸੰਗ ਲੈ ਚੜਿਓ ਸ਼ਿਕਾਰ, ਜੇ ਤੁਹਾਨੂੰ ਵੀ ਮਨ ਵਿੱਚ ਆਉਂਦਾ ਹੈ ਕਿ ਮੈਂ ਮਨ ਨੂੰ ਇਹਨਾਂ ਗਿਆਨ ਜਿਹੜੀਆਂ ਇੰਦਰੀਆਂ ਹਨ ਇਹਨਾਂ ਨੂੰ ਆਪਣੇ ਜੀਵਨ ਦੇ ਚੰਗੇ ਕਰਮਾਂ ਤੋਂ ਭਾਵ ਬਚਾਉਣਾ ਹੈ ਕਿ ਮੈਨੂੰ ਭੈੜੇ ਪਾਸੇ ਨਾ ਤੋਰਨ, ਫਿਰ ਇੱਕ ਗੱਲ ਯਾਦ ਰੱਖਿਓ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਨਹੀਂ ਤਾਂ ਅਸੀਂ ਦੁਨੀਆ ਭਰ ਦੇ ਕਰਮ ਕਾਂਡ ਕਰ ਲਈਏ, ਇਹ ਗਿਆਨ ਇੰਦਰੇ, ਇਹ ਹਿਰਨ, ਇਹ ਸਾਡੇ ਜੀਵਨ ਦਾ ਉਹ ਅੰਸ਼ ਨਹੀਂ ਛੱਡਣਗੇ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਜਦੋਂ ਸਾਨੂੰ ਸੁਚੇਤ ਕੀਤਾ ਹੈ ਤੇ ਇਹੀ ਅਰਦਾਸ ਕਰਨ ਲਈ ਵਿਧੀ ਸਮਝਾਈ ਸੀ। ਆਪਣੇ ਮਾਲਕ ਨੂੰ ਕਿਹਾ ਕਰੀਏ, ਹੈ ਮੇਰੇ ਮਾਲਕ ਮੇਰੇ ਤੇ ਇੱਕ ਕਿਰਪਾ ਕਰਨੀ। ਵੇਖੋ ਉੱਥੇ ਇਹਨਾਂ ਪੰਜ ਦੂਤਾਂ ਨੂੰ ਕਾਵਾਂ ਦਾ ਰੂਪ ਦਿੱਤਾ ਹੈ, ਇੱਥੇ ਮਿਰਗਾਂ ਦਾ ਦਿੱਤਾ ਹੈ। ਵੱਖ ਵੱਖ ਪ੍ਰਕਰਣਾਂ ਦੇ ਰਾਹੀਂ ਗੁਰੂ ਜੀ ਨੇ ਸਮਝਾਇਆ ਹੈ ਇਹ ਸਾਡੇ ਮਨ ਦੇ ਦੂਤ ਔਗਣ ਸਾਨੂੰ ਕਿਵੇਂ ਰਾਹ ਤੋਂ ਕੁਰਾਏ ਪਾਉਂਦੇ ਹਨ। ਹੁਣ ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ ਕਿ ਮੇਰੇ ਕਾਮੋ ਮੇਰੇ ਸਰੀਰ ਦਾ ਸਾਰਾ ਹੀ ਮਾਸ ਖਾ ਲਵੋ, ਪਰ ਮੇਰੇ ਨੇਤਰਾਂ ਨੂੰ ਨਾ ਸੁਇਓ। ਇਹ ਨੈਨੋ ਮਤ ਸੁਹਿਓ ਫਿਰ ਦੇਖਣ ਕੀ ਆਸ। ਭਾਵ ਕਿ ਇਹਨਾਂ ਮੇਰੇ ਨੇਤਰਾਂ ਨੂੰ ਤਾਂ ਨਹੀਂ ਸੁਣਾ ਕਿ ਅਜੇ ਮੈਨੂੰ ਗੁਰੂ ਦੀ ਤੇ ਗੁਰੂ ਦੀ ਸੰਗਤ ਦੇਖਣ ਦੀ ਆਸ ਹੈ। ਉਹ ਕਿਹੜਾ ਮਾਸ ਸੀ ਜਿਹੜਾ ਗੁਰੂਦੇਵ ਜੀ ਸਾਨੂੰ ਬਾਣੀ ਰਾਹੀਂ ਸਮਝਾਉਣਾ ਚਾਹੁੰਦੇ ਹਨ। ਕਾਂਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਹੁਣ ਵੇਖਿਆ ਜਾਵੇ ਸਰੀਰ ਦਾ ਸਾਰਾ ਮਾਸ ਖਾਧਾ ਜਾਵੇ ਤੇ ਫਿਰ ਨੇਤਰ ਵਿਚਾਰੇ ਕਿਹਨਾਂ ਦੀ ਸ਼ਕਤੀ ਰਾਹੀਂ ਵੇਖਣਗੇ? ਉਹ ਮਾਸ ਇਹੀ ਸੀ ਜਿਹੜੇ ਚੰਗੇ ਗੁਣ, ਚੰਗੇ ਸੰਸਕਾਰ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਡੇ ਵਿੱਚ ਰਹਿਣ ਨਹੀਂ ਦਿੱਤੇ। ਕਾਂਗਾ ਚੁੰਡਨਾ ਪਿੰਜਰਾ ਦੇ ਤਾਂ ਬਸਰ ਜਾਹੇ, ਜਿਸ ਪਿੰਜਰੇ ਮੇਰਾ ਸਹੋ ਬਸੇ ਮਾਸ ਨਾ ਤਿੱਦੂ ਖਾਏ। ਦੂਸਰੇ ਭਜਨ ਵਿੱਚ ਇਹ ਵੀ ਕਹਿ ਦਿੱਤਾ ਕਿ ਮੇਰਾ ਇਸ ਪਿੰਜਰ ਵਿੱਚ ਮੇਰਾ ਮਾਲਕ ਨਾਮ ਵਸਦਾ ਹੈ। ਇਹ ਕਾਂਗੋ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰੋ, ਤੁਸੀਂ ਹੁਣ ਮੇਰੇ ਸਰੀਰ ਦੇ ਕੋਲ ਨਹੀਂ ਆਉਣਾ। ਜੇ ਆਵੋਗੇ, ਹੁਣ ਮੈਨੂੰ ਮੇਰੇ ਗੁਰੂ ਨੇ ਬਾਣੀ ਰੂਪ ਬਾਣ ਬਖਸ਼ ਦਿੱਤੇ ਹਨ, ਤੁਹਾਡਾ ਲਿਹਾਜ਼ ਨਹੀਂ ਰੱਖਿਆ ਜਾਵੇਗਾ। ਭਾਵ ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ। ਜੇ ਜਾਨ ਬਚਾਉਣੀ ਹੈ ਤੇ ਮੇਰਾ ਖਹਿੜਾ ਛੱਡ ਜਾਓ। ਇਹ ਗੁਰੂ ਸੂਰਬੀਰ ਸੂਰਮਾ ਗੁਰੂ ਦਾ ਸਿੱਖ ਹੀ ਕਹਿ ਸਕਦਾ ਹੈ। ਸਤਿਗੁਰੂ ਜੀ ਇਹ ਬਚਨ ਸਮਝਾਉਂਦੇ ਹਨ ਕਿ ਸੰਤ ਸੰਗ ਲੈ ਚੜਿਓ ਸ਼ਿਕਾਰ। ਮੈਂ ਗੁਰੂ ਦੀ ਸੰਗਤ ਲੈ ਕੇ, ਗੁਰੂ ਦਾ ਆਸਰਾ ਲੈ ਕੇ ਜਦੋਂ ਸ਼ਿਕਾਰ ਤੇ ਚੜਿਆ, ਫਿਰ ਇਹ ਮਿਰਗ ਪਕੜੇ ਨਾ ਪਕੜੇ ਜਾਣ ਵਾਲੇ ਵਿਕਾਰ ਦੂਤ ਬਿਨਾਂ ਕਿਸੇ ਸ਼ਕਤੀ ਤੋਂ ਪਕੜ ਲਏ। ਕਿਉਂਕਿ ਹੁਣ ਮੇਰੇ ਕੋਲ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਦਾ ਨਾਮ ਸੀ। ਨਾਮ ਦੇ ਅਧੀਨ ਬਾਕੀ ਸਾਰੇ ਹੀ ਹਨ। ਭਾਵ ਜਿੱਥੇ ਨਾਮ ਹੈ ਉੱਥੇ ਇਹਨਾਂ ਦਾ ਕੋਈ ਦੂਤ ਨਹੀਂ, ਕੋਈ ਜ਼ੋਰ ਨਹੀਂ ਚੱਲਦਾ। ਵੇਖੋ ਧਰਮਰਾਜ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਬੜੀ ਪਾਵਰ ਸ਼ਕਤੀ ਦਿੱਤੀ ਹੈ ਕਿ ਤੂੰ ਇੱਥੇ ਚੰਗੇ ਮਾੜੇ ਲੋਕਾਂ ਦੇ ਹਿਸਾਬ ਕਰਨੇ ਹਨ, ਚੰਗਿਆਂ ਮਾੜਿਆਂ ਨੂੰ ਕਿਵੇਂ ਲਿਆਉਣਾ ਹੈ, ਇਹ ਮਨ ਉਹਦੀ ਡਿਊਟੀ ਲਾ ਦਿੱਤੀ ਹੈ। ਪਰ ਇੱਕ ਉਹਦੇ ਤੇ ਵੀ ਆਪਣਾ
ਕਾਨੂੰਨ ਹੁਕਮ ਲਾਗੂ ਕਰ ਦਿੱਤਾ ਹੈ ਕਿ ਜਿੱਥੇ ਧਰਮ ਰਾਏ ਨੂੰ ਹੁਕਮ ਹੈ ਕਿ ਤੁਸੀਂ ਬਹਿ ਕੇ ਸੱਚਾ ਇਨਸਾਫ ਕਰਨਾ ਹੈ। ਇਹ ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਦੂਰ। ਪਰ ਉੱਥੇ ਇੱਕ ਭਜਨ ਕਿਹਾ, ਵੇਖੀ ਭਲਾ ਪੁਰਖਾ, ਜਿਹੜੇ ਤਾਂ ਔਗਣ ਵਾਲੇ ਪ੍ਰਾਣੀ ਹਨ, ਪਾਪੀ ਹਨ, ਅਹੰਕਾਰੀ, ਕ੍ਰੋਧੀ, ਲੋਭੀ ਹਨ, ਉਹਨਾਂ ਤੇ ਤੇਰਾ ਹੁਕਮ ਚਾਲੂ ਹੈ। ਪਰ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਹਨ, ਪ੍ਰਭੂ ਪਿਆਰਿਆਂ ਦੀ ਸੰਗਤ ਕਰਨ ਵਾਲੇ ਹਨ, ਗੁਰੂ ਵਾਲੇ ਹਨ, ਉਹਨਾਂ ਦੇ ਉੱਤੇ ਤੂੰ ਆਪਣਾ ਇਹ ਰੋਬ ਨਹੀਂ ਪਾਉਣਾ। ਆਪਾਂ ਇਹ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਦੇ ਭਜਨ ਸਾਨੂੰ ਸਮਝਾਉਂਦੇ ਹਨ ਕਿ ਮਹਾਰਾਜ ਜੀ ਦਾ ਹੁਕਮ ਹੈ, ਜਿਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਸੁਟੈ ਨਿਕਟ ਨਾ ਜਾਈਓ ਦੂਤ। ਧਰਮਰਾਜ ਆਪਣੇ ਦੂਤ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਭਾਈ ਭੁੱਲ ਕੇ ਵੀ ਉੱਥੇ ਨਾ ਜਾਇਓ ਜਿੱਥੇ ਗੁਰੂ ਦੀ ਸੰਗਤ ਰੱਬੀ ਬਾਣੀ ਦਾ ਕੀਰਤਨ ਕਰ ਰਹੀ ਤੇ ਸੁਣ ਰਹੀ ਹੈ। ਤੇ ਜੇ ਅਸੀਂ ਕੀਰਤਨ ਸੰਗਤ ਵਿੱਚ ਆਵਾਂਗੇ ਹੀ ਨਹੀਂ, ਫਿਰ ਇਹਨਾਂ ਦਾ ਜ਼ੋਰ ਪੈ ਜਾਵੇਗਾ। ਇਹ ਸਤ ਸੰਗਤ ਸਾਡੇ ਲਈ ਗੁਰੂ ਨੇ ਕਿਲਾ ਬਣਾਇਆ, ਜਿੱਥੇ ਦੁਸ਼ਮਣਾਂ ਤੋਂ ਬਚਣ ਲਈ ਸਾਨੂੰ ਰਾਹਤ ਮਿਲਦੀ ਹੈ। ਸਤ ਸੰਗਤ ਸਤਿਗੁਰੂ ਜੀ ਨੇ ਸਾਡੇ ਲਈ ਯੂਨੀਵਰਸਿਟੀ ਬਣਾਈ, ਜਿੱਥੇ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਤ ਸੰਗਤ ਸਾਨੂੰ ਸਤਿਗੁਰੂ ਜੀ ਨੇ ਇੱਕ ਅਜਿਹੇ ਮਾਨੋ ਜਿਹਨੂੰ ਅਸੀਂ ਹਸਪਤਾਲ ਆਖਦੇ ਹਾਂ, ਉਹ ਬਣਾ ਦਿੱਤਾ, ਜਿੱਥੇ ਸਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਸਾਰੇ ਦੁੱਖਾਂ ਦਾ ਨਾਸ ਇੱਥੇ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਉਹਨਾਂ ਦਾ ਉਪਦੇਸ਼ ਸਾਨੂੰ ਬਖਸ਼ਦਾ ਹੈ। ਇਸ ਲਈ ਸਤਿਗੁਰੂ ਜੀ ਬਾਰ-ਬਾਰ ਇਹ ਸਾਨੂੰ ਸਮਝਾਉਂਦੇ ਹਨ, ਭਾਈ ਗੁਰੂ ਨੇ ਇੱਕ ਕਿਰਪਾ ਕੀਤੀ, ਮਿਰਗ ਪਕੜੇ ਬਿਨ ਘੋਰ ਹਥਿਆਰ ਆਪਣੀ ਸ਼ਕਤੀ ਨਾਲ ਪਕੜ ਕੇ ਫਿਰ ਮੇਰੇ ਹਵਾਲੇ ਕਰ ਦਿੱਤਾ। ਲੈ ਭਾਈ, ਇਹ ਤੁਹਾਨੂੰ ਟਿਕਣ ਨਹੀਂ ਸੀ ਦਿੰਦਾ, ਇਹ ਅੱਜ ਤੋਂ ਤੁਹਾਡਾ ਦਾਸ ਹੋਵੇਗਾ, ਅੱਜ ਤੋਂ ਇਹ ਤੁਹਾਡੇ ਕੋਲ ਹੋਵੇਗਾ। ਇਹ ਅਹੇਰਾ ਕੀਨੋ ਦਾਨ। ਹੁਣ ਮੇਰਾ ਮਨ ਜਿਹੜਾ ਮੈਨੂੰ ਗੁਰੂ ਨੇ ਨਾਮ ਦਾਨ ਕਰਕੇ ਬਖਸ਼ ਦਿੱਤਾ। ਅਸੀਂ ਜਦੋਂ ਗੁਰੂ ਦੇ ਚਰਨਾਂ 'ਚ ਬੇਅੰਤ ਦਾਤਾ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਰਹਿਤ ਦਾਨ, ਤੇ ਉੱਥੇ ਇੱਕ ਦਾਨਾ ਸਿਰ ਦਾਨ, ਨਾਮ ਦਾਨ ਮੰਗਦੇ ਹਾਂ, ਉਹ ਗੁਰੂ ਦੀ ਦਾਤ ਹੈ। ਕਿ ਹੁਣ ਮੇਰੇ ਮਨ ਨੂੰ ਗੁਰੂ ਨੇ ਮੈਨੂੰ ਕੇਵਲ ਮਨ ਹੀ ਹਵਾਲੇ ਨਹੀਂ ਕੀਤਾ, ਹੁਣ ਜੋ ਮੇਰੇ ਗੁਰੂ ਕੋਲ ਸੀ, ਉਹਨੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਵਡਭਾਗਾ ਬਣਾ ਦਿੱਤਾ। ਇਸ ਲਈ ਇਹ ਅਹੇਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਪੰਚਮ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਮੇਰੇ ਤੇ ਕਿਰਪਾ ਕਰ ਦਿੱਤੀ ਤੇ ਇਹ ਨਾਮ ਜਿਹੜਾ ਸੀ ਬਖਸ਼ ਦਿੱਤਾ ਹੈ। ਇਸ ਲਈ ਵਾਹਿਗੁਰੂ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਇਹ ਨਾਮ ਦਾਨ ਦੀਆਂ ਦਾਤਾਂ ਬਖਸ਼ੀਆਂ, ਤੇ ਮੈਂ ਬਿਨਾਂ ਹਥਿਆਰਾਂ ਤੋਂ, ਭਾਵ ਬਿਨਾਂ ਘੋੜ ਸਵਾਰੀਆਂ ਤੋਂ, ਕਿਸੇ ਸ਼ਸਤਰਾਂ ਤੋਂ ਬਿਨਾਂ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਜਦੋਂ ਉਹਦੀ ਪੂਰੀ ਕਿਰਪਾ ਹੋ ਗਈ, ਇਹ ਹੁਣ ਮਨ ਵਸ ਵਿੱਚ ਹੈ। ਹੁਣ ਇਹ ਮਨ ਪਿਆਰਿਆ ਮਿੱਤਰਾ, ਹੁਣ ਮੇਰਾ ਮਿੱਤਰ ਬਣ ਗਿਆ ਹੈ। ਕਦੀ ਇਹ ਦੁਸ਼ਮਣ ਸੀ, ਮਨ ਪਿਆਰਿਆ ਮਿੱਤਰਾ, ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਮਿੱਤਰਾ, ਹਰ ਨਿਭੈ ਤੇਰੇ ਨਾਲੇ। ਇਹ ਨਾਮ ਨਾਲ ਜੁੜ ਕੇ ਨਾਮੀ ਬਣ ਗਿਆ ਹੈ। ਤੇ ਸਤਿਗੁਰੂ ਜੀ ਮੇਰਾ ਕਰਨ ਇਹ ਉਪਦੇਸ਼, ਇਹ ਸਿੱਖਿਆ ਬਾਲਾ ਪ੍ਰੀਤਮ ਸਤਿਗੁਰੂ ਜੀ ਕਿਰਪਾ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਚ ਵਸਾ ਦੇਣ, ਜੋ ਕੇਵਲ ਨਾਮ ਹੈ। ਦੁਨੀਆ ਭਰ ਦੇ ਅਸੀਂ ਪਦਾਰਥ ਮੰਗਦੇ ਹਾਂ, ਪਰ ਵਡਭਾਗੇ ਉਹ ਪੁਰਖ ਹਨ ਜਗਿਆਸੂ ਸ਼ਰਧਾਲੂ, ਜਿਹੜੇ ਗੁਰੂ ਦੇ ਦਰ ਤੇ ਇੱਕ ਅਰਦਾਸ ਕਰਦੇ ਹਨ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸਤਿਗੁਰੂ ਮੇਰਾ ਕਰਨ ਸਰਬੱਤ ਨੂੰ ਡਰੋਂ ਕਰੋ, ਗੁਰਮਤਿ ਸੁਮਤਿ ਨਾਮਦਾਨ, ਅੰਮ੍ਰਿਤ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨੀ ਲਾਉਣ। ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਹੈ, ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹਰ ਸਾਲ ਦੀ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਆਪ ਸੰਗਤਾਂ ਦੇ ਪਿਆਰ ਸਹਿਯੋਗ ਦੇ ਨਾਲ ਬੜੇ ਹੀ ਸਰਦਾ ਪਿਆਰ ਸਤਿਕਾਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। 5 ਜਿਹੜੇ ਅਗਸਤ ਦੇ ਦੀਵਾਨ ਇਸੇ ਪਾਵਨ ਦਰਬਾਰ ਸਾਹਮਣੇ ਦੀਵਾਨ ਸਰੋਵਰ ਦੇ ਕਿਨਾਰੇ ਲਿਖੇ ਹੋਏ ਪ੍ਰੋਗਰਾਮਾਂ ਅਨੁਸਾਰ ਸਜਣਗੇ। 6 ਅਗਸਤ ਨੂੰ ਅੰਮ੍ਰਿਤ ਵੇਲੇ ਤੋਂ ਭਾਵੇਂ ਕਿ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਹਨ ਗੁਰੂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਹਨ, ਪਰ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਭਾਈ ਲੱਖੀ ਸਾਹਿਬ ਵਣਜਾਰਾ ਦੀਵਾਨ ਹਾਲ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰੀ ਦਿਹਾੜੀ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਮਹਾਂਪੁਰਖ ਪ੍ਰਬੰਧਕ ਸਾਹਿਬਾਨ ਭਾਵ ਸਮੇਂ ਸਮੇਂ ਤੇ ਬਾਲਾ ਪ੍ਰੀਤਮ ਦੇ ਪਰਉਪਕਾਰਾਂ ਦੀ ਜਾਣਕਾਰੀ ਦੇਣ ਲਈ ਹਾਜ਼ਰੀਆਂ ਭਰਨਗੇ। ਆਪ ਜੀ ਨੇ ਸਹਿਜ ਪਰਿਵਾਰ ਖਾਸ ਕਰਕੇ ਆਪਣੇ ਬੱਚਿਆਂ ਨੂੰ, ਕਿਉਂਕਿ ਐਤਵਾਰ ਵੀ ਹੈ, ਅਤੇ ਬੱਚਿਆਂ ਨੂੰ ਜ਼ਰੂਰ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਸਾਖੀਆਂ ਨਾਲ ਜੋੜੀਏ ਤੇ ਉਹਨਾਂ ਦੇ ਜੀਵਨ ਵਿੱਚ ਵੀ ਗੁਰੂ ਦਾ ਗਿਆਨ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼ ਵਸ ਜਾਵੇ। ਸਾਡਾ ਜੀਵਨ ਸਫਲਾ ਹੋਵੇਗਾ। ਸਮੇਂ ਅਨੁਸਾਰ ਸਮਾਪਤੀ ਭੁੱਲਾਂ ਦਾਸ ਦੀਆਂ ਖਿਮਾ ਕਰ ਦੇਣੀਆਂ। ਉਪਦੇਸ਼ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਦਰਬਾਰ ਦੀ ਬਖਸ਼ਿਸ਼ ਸਮਝ ਕੇ ਦੁੱਖ ਪਰ ਹਰ ਸੁਖ ਕਰ ਲੈ ਜਾਏ, ਹਿਰਦਿਆਂ 'ਚ ਵਸਾਉਣ ਦੀ ਕਿਰਪਾਲਤਾ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।